ਨੌਜਵਾਨ ਬਹੁਤ ਸ਼ਿਕਾਰ ਹੋ ਰਹੇ ਨੇ ਹਾਰਟ ਅਟੈਕ ਦੇ। ਆਪਾਂ ਜਦੋਂ ਵੈਸਟ ਵੱਲ ਨੂੰ ਉਹਨਾਂ ਦਾ ਸਾਰਾ ਕੁਝ ਕਾਪੀ ਕਰਨ ਲਈ ਗਏ ਤੇ ਕਾਪੀ 'ਚ ਨਾਲ ਹੀ ਮਿਲਿਆ। ਫਿਰ ਆਪਣੇ ਯੂਥ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਵੀ ਮੇਰਾ ਹਜੇ ਆ ਨਹੀਂ ਲੱਗਿਆ, ਮੇਰਾ ਵੀਜ਼ਾ ਦੂਜੇ ਦਾ ਲੱਗ ਗਿਆ, ਉਹਨੇ ਇੰਸਟਾ ਤੇ ਸਟੋਰੀ ਪਾਤੀ। ਤੁਸੀਂ ਮੰਨਦੇ ਹੋ ਵੀ ਹਾਰਟ ਅਟੈਕ ਵੀ ਪੀੜ੍ਹੀ ਦਰ ਪੀੜ੍ਹੀ ਚੱਲਦਾ ਹੁੰਦਾ? ਉਹ ਵਨ ਆਫ ਦਾ ਫੈਕਟਰ ਹੈ। ਆਪਣੀ ਜਨਰੇਸ਼ਨ ਨੇ ਪੈਕਡ ਫੂਡ ਤਾਂ ਅਡਾਪਟ ਕਰ ਲਏ, ਫਿਜ਼ੀਕਲ ਐਕਟੀਵਿਟੀ ਛੱਡਤੀ। ਵੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਤੇ ਕਾਰਨ ਅੱਜ ਕੱਲ੍ਹ ਇਹ ਮੰਨਦੇ ਨੇ ਕਿ ਮੌਸਮ ਸੂਟ ਨਹੀਂ ਕੀਤਾ। ਮੌਸਮ ਕੋਈ ਬਦਲ ਨਹੀਂ ਗਏ ਪਰ ਲੋਕ ਬਦਲ ਗਏ। ਸਿਚੁਏਸ਼ਨ ਹੱਥ ਤੋਂ ਨਿਕਲ ਚੁੱਕੀ ਹੈ, ਪਹਿਲਾਂ ਹੀ ਡੈਮੇਜ ਜ਼ਿਆਦਾ ਹੋ ਗਿਆ। ਇਹ ਮਾਡਰਨਾਈਜੇਸ਼ਨ ਨਾਲ ਰਿਲੇਟਡ ਹੈ, ਇਹ ਇੱਕ ਲਾਈਫ ਸਟਾਈਲ ਡਿਜ਼ੀਜ਼ ਹੈ। ਤੁਹਾਨੂੰ ਲੱਗਦਾ ਵੀ ਅਫੀਮ ਜਿਹੜੀ ਉਹ ਕਿਤੇ ਨਾ ਕਿਤੇ ਤੁਹਾਡੇ ਦਿਲ ਦੇ ਰੋਗਾਂ ਨੂੰ ਕਿਤੇ ਰਾਹਤ ਪਹੁੰਚਾਉਂਦੀ ਹੈ? ਬ੍ਰੇਨ ਦਾ ਅਟੈਕ ਆਉਂਦਾ ਜਦੋਂ, ਭਾਵੇਂ ਹਾਰਟ ਦਾ ਅਟੈਕ ਆਉਂਦਾ, ਇਹਨੂੰ ਸਿੰਪੈਥੈਟਿਕ ਐਕਟੀਵੇਸ਼ਨ ਕਹਿੰਦੇ ਮੈਡੀਕਲ ਭਾਸ਼ਾ। ਸਿੰਪਲ ਭਾਸ਼ਾ ਕਹਿਣਾ ਹੋਏ ਤਾਂ ਤਣਾਅ ਬਹੁਤ ਜ਼ਿਆਦਾ ਵੱਧ ਜਾਂਦਾ। ਮੋਰਫੀਨ, ਭੁੱਕੀ, ਫੀਮ, ਇਹ ਸਾਰੇ ਰੈਸਪੀਰੇਟਰੀ ਡਿਪਰੈਸ਼ਨ ਕਰਦੇ ਆ, ਸਾਹ ਨੂੰ ਡਿਪਰੈਸ ਕਰਦੇ। ਅਟੈਕ ਚੱਲ ਰਿਹਾ, ਨਾੜੀ ਤਾਂ ਨਹੀਂ ਖੁੱਲ ਗਈ ਨਾ। ਜੀ ਬਿਲਕੁਲ, ਨਾੜੀ ਤਾਂ ਬੰਦ ਪਈ ਹੈ ਕਿਉਂਕਿ ਫੀਮ ਨਾੜੀ ਨਹੀਂ ਖੋਲ ਸਕਦੀ, ਪਰ ਉਹਨੇ ਇੱਥੇ ਫੀਲ ਕਰਨਾ ਬੰਦ ਕਰਾਤਾ। ਹਾਰਟ ਅਟੈਕ ਆ ਜਿਹੜਾ ਉਸ ਕਲਚਰ 'ਚ ਜ਼ਿਆਦਾ ਆ, ਇਹ ਪੰਜਾਬ 'ਚ ਕਿਵੇਂ ਦਖਲ ਕਰ ਗਈ? ਇੰਡੀਅਨ ਸਿਵਲਾਈਜੇਸ਼ਨ 'ਚ ਪੈਕਡ ਫੂਡ ਦੀ ਕੋਈ ਜਗ੍ਹਾ ਹੀ ਨਹੀਂ ਸੀਗੀ। ਬਿਲਕੁਲ, ਫਰੋਜ਼ਨ ਫੂਡ ਦੀ ਕੋਈ ਜਗ੍ਹਾ ਹੀ ਨਹੀਂ ਸੀਗੀ। ਲਿਕੁਇਡ ਫੂਡ ਆਈਟਮ ਪਈ ਹੋਵੇ ਉਹਨੂੰ ਘੰਟੇ ਨਹੀਂ ਲੱਗਦੇ ਖਰਾਬ ਹੋਣ 'ਚ। ਬਿਲਕੁਲ, ਤੇ ਕਿੰਨੇ ਕੁ ਪ੍ਰੀਜ਼ਰਵੇਟਿਵ ਪੈਂਦੇ ਨੇ ਆਪਾਂ ਨੂੰ ਸਭ ਨੂੰ ਅੱਜ ਦੀ ਡੇਟ 'ਚ ਪਤਾ ਹੈ। ਦਹੀਂ ਦੁੱਧ ਵੀ ਜੇ ਆਪਾਂ ਗੱਲ ਕਰ ਲਈਏ, ਹਾਂਜੀ, ਤੇ ਕਿਤੇ ਨਾ ਕਿਤੇ ਪੈਕਿੰਗ ਹੋਣ ਕਰਕੇ ਨੁਕਸਾਨ ਤਾਂ ਬਹੁਤ ਜ਼ਿਆਦਾ ਹੀ ਕਰਦਾ। ਪੈਕ ਕਰਨ ਲਈ ਪਲਾਸਟਿਕ ਆਈਟਮ ਸਾਰੀ ਯੂਜ਼ ਹੁੰਦੀ ਹੈ। ਬਿਲਕੁਲ, ਠੀਕ ਹੈ। ਇਹਦੇ ਬਹੁਤ ਮਲਟੀਪਲ ਬਹੁਤ ਪੱਖੀ ਇਹਦੇ ਸਾਈਡ ਇਫੈਕਟ ਨੇ, ਸਿਹਤ ਤੇ ਤਾਂ ਹੈ ਹੀ ਨੇ, এনवायरमेंट ਤੇ ਵੀ ਨੇ। ਪਲਾਸਟਿਕ ਡੰਪ ਬਣ ਗਿਆ ਆਪਣਾ ਕੰਟਰੀ, ਆਪਣਾ ਸਟੇਟ। ਬਾਹਰਲੇ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਇੱਥੇ ਉਹ ਚੀਜ਼ ਫੋਲੋ ਹੋ ਰਹੀ ਹੈ ਜੀ। ਇਹ ਆਪਣਾ ਫੂਡ ਨਹੀਂ ਸੀਗਾ। ਤੁਸੀਂ ਕੋਈ ਵੀ ਪੈਕੇਟ ਚੱਕ ਲਓ ਫੂਡ ਆਈਟਮ ਦਾ, ਜਿਹੜੀ ਫਰਾਈਡ ਹੈ, ਸਾਰੇ ਪਾਮ ਆਇਲ 'ਚ ਫਰਾਈਡ ਨੇ, ਔਰ ਉਹ ਵੀ ਉਹ ਮਲਟੀਪਲ ਟਾਈਮ ਯੂਜ਼ ਕੀਤਾ ਹੁੰਦਾ। ਕਰੰਟ ਪੈ ਜਾਂਦੇ ਨੇ। ਇੰਨੀਆਂ ਸਹੂਲਤਾਂ ਹੋਣ ਦੇ ਕਾਰਨ ਵੀ ਵੱਡੀ ਗਿਣਤੀ 'ਚ ਮੌਤਾਂ ਹੋ ਰਹੀਆਂ ਨੇ। ਜੇ ਆਪਾਂ ਕਹੀਏ ਵੀ ਪਹਿਲਾਂ ਨਾਲੋਂ ਹਸਪਤਾਲ ਬਹੁਤ ਵੱਧ ਗਏ, ਪ੍ਰਾਈਵੇਟ ਹਸਪਤਾਲ ਵੱਧ ਗਏ, ਸਰਕਾਰੀ ਵੱਧ ਗਏ, ਉਹ ਚਾਹ ਤਕਨੀਕਾਂ ਵੱਧ ਗਈਆਂ, ਐਂਜੀਓਗ੍ਰਾਫੀ ਦੀਆਂ ਮਸ਼ੀਨਾਂ ਵੱਧ ਗਈਆਂ। ਹਾਂਜੀ, ਇਹਨਾਂ ਦੀ ਲੋੜ ਪੈ ਰਹੀ ਹੈ ਤਾਂ ਹੀ ਵੱਧ ਰਹੀਆਂ ਨੇ। ਜਨਰੇਸ਼ਨ ਗੈਪ ਨੂੰ ਇੱਦਾਂ ਐਡਰੈਸ ਕਰਦੇ ਆ ਵੀ ਅਸੀਂ ਅੱਗੇ ਉਹ ਪਿੱਛੇ ਨੇ। ਬਿਲਕੁਲ, ਪਰ ਸੱਚਾਈ ਇਹ ਹੈ ਵੀ ਉਹ ਬਹੁਤ ਮਾਮਲਿਆਂ 'ਚ ਆਪਣੇ ਤੋਂ ਅੱਗੇ ਨੇ, ਆਪਾਂ ਪਿਛੜ ਗਏ ਹਾਂ। 10 ਮਰੀਜ਼ਾਂ 'ਚੋਂ 9 ਮਰੀਜ਼ਾਂ ਦੀ ਕਿਡਨੀ ਸਿਰਫ ਇਸ ਕਰਕੇ ਖਰਾਬ ਹੁੰਦੀ ਹੈ ਕਿ ਉਹਨਾਂ ਦੀ BP ਤੇ ਸ਼ੂਗਰ ਦੀ ਦਿੱਕਤ ਅਨਕੰਟਰੋਲਡ ਰਹੀ ਹੈ ਬਹੁਤ ਲੰਬੇ ਟਾਈਮ। ਗੰਦੀ ਵੇਲ ਹੈ ਜਿਹੜੀ ਵੱਧਦੀ ਜਾ ਰਹੀ ਹੈ, ਆਪਾਂ ਉਹਦੇ ਪੱਤੇ ਛਾਂਗੀ ਜੀ, ਉਹਨੇ ਵਧੀ ਜਾਣਾ। ਬਿਲਕੁਲ, ਉਹ ਸਹੀ ਤਰੀਕਾ ਨਹੀਂ, ਉਹਨੂੰ ਜੜ ਤੋਂ ਪੱਟ ਦਿਓ। ਕਿਡਨੀ ਦੇ ਨਾਲ ਦਿਲ ਦੇ ਰੋਗ ਨੇ ਜਾਂ ਇੱਕ ਦੂਜੇ ਨਾਲ ਰਲੇ ਹੋਏ ਨੇ ਰੋਗ। ਮਰੀਜ਼ ਕਹੇਗਾ ਵੀ ਮੈਂ ਆਪਦਾ ਲਾਈਫ ਸਟਾਈਲ ਨਹੀਂ ਚੇਂਜ ਕਰ ਸਕਦਾ, ਮੇਰੀ ਆਹ ਮਜਬੂਰੀਆਂ, ਮੇਰਾ ਆਹ ਬਿਜ਼ੀ ਹੈਗਾ ਸ਼ਡਿਊਲ, ਮੈਨੂੰ ਗੋਲੀ ਦੱਸ ਦਿਓ, ਮੇਰਾ ਕੋਲੇਸਟ੍ਰੋਲ ਠੀਕ ਰਹੇ। ਆਪਾਂ ਗੋਲੀ ਨਾਲੋਂ ਕੰਮ ਚਲਾਉਣਾ ਚਾਹੁੰਦੇ ਹਾਂ, ਪਰ ਗੋਲੀ ਕਦੀ ਵੀ ਉਸ ਚੀਜ਼ ਦਾ ਸਬਸਟੀਟਿਊਟ ਹੈ ਭਲਾ? ਆਪਣਾ ਸੌਣਾ ਉੱਠਣਾ ਗਲਤ ਰਵੇ, ਆਪਾਂ ਫਿਜ਼ੀਕਲ ਐਕਟੀਵਿਟੀ ਕਰੀਏ ਨਾ, ਤੇ ਆਪਾਂ ਕਹੀਏ ਵੀ ਮੈਂ ਤਾਂ ਕੋਲੇਸਟ੍ਰੋਲ ਦੀ ਗੋਲੀ ਖਾ ਲੈਣਾ ਵੀ ਓਕੇ ਹੈ ਕੰਮ। ਦਿਲ ਬੇਹੱਦ ਨਾਜ਼ੁਕ ਹੈ ਬਰਖੁਰਦਾਰ, ਟੂਟਾ ਤੋਂ ਬਚ ਨਾ ਪਾਓਗੇ। ਸਤਿ ਸ਼੍ਰੀ ਅਕਾਲ, ਤੁਸੀਂ ਓਨਰ ਦੇਖ ਰਹੇ ਹੋ ਤੇ ਮੈਂ ਜਸਪ੍ਰੀਤ ਖਾਨ। ਅੱਜ ਅਸੀਂ ਗੱਲਬਾਤ ਕਰਾਂਗੇ ਡਾਕਟਰੀ ਪੇਸ਼ੇ ਦੀ। ਆਪਣੀ ਵਿਲੱਖਣ ਪੜ੍ਹਾਈ ਦੇ ਨਾਲ ਜ਼ਿੰਦਗੀ ਨੂੰ ਨਵੀਂ ਜ਼ਿੰਦਗੀ ਦੇ ਰੂਪ 'ਚ ਜਿਹੜੇ ਮਰੀਜ਼ਾਂ ਨੂੰ ਬਚਾਉਂਦੇ ਨੇ, ਇਹਨਾਂ ਡਾਕਟਰਾਂ ਦੇ ਨਾਲ ਅਸੀਂ ਗੱਲਬਾਤ ਰੋਜ਼ਾਨਾ ਕਰਦੇ ਰਹਿੰਦੇ ਹਾਂ। ਅਤੇ ਸਾਡੇ ਨਾਲ ਅੱਜ ਨੇ ਦਿਲ ਦੇ ਰੋਗਾਂ ਦੇ ਮਾਹਰ ਡਾਕਟਰ ਹਰਸਿਮਰਨਜੀਤ ਸਿੰਘ। ਅਸੀਂ ਉਹਨਾਂ ਦਾ ਸਟੂਡੀਓ ਦੇ ਵਿੱਚ ਸਵਾਗਤ ਕਰਦੇ ਹਾਂ ਅਤੇ ਉਹਨਾਂ ਦੇ ਨਾਲ ਅਸੀਂ ਗੱਲਾਂ ਬਾਤਾਂ ਕਰਾਂਗੇ ਜਿਹੜੇ ਵੀ ਅੱਜ ਕੱਲ੍ਹ ਦੀਆਂ ਬਿਮਾਰੀਆਂ ਜਾਂ ਦਿਲ ਦੇ ਜਿਹੜੇ ਰੋਗ ਨੇ ਉਹਨਾਂ ਤੋਂ ਕਿਵੇਂ ਬਚਿਆ ਜਾਵੇ ਜਾਂ ਇਹਨਾਂ ਦੇ ਕਾਰਨ ਕੀ ਨੇ। ਗੱਲਬਾਤ ਕਰਨ ਦੇ ਲਈ ਅਸੀਂ ਸਵਾਗਤ ਕਰਦੇ ਹਾਂ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਠੀਕ ਠਾਕ ਹੋ ਜੀ? ਹਾਂਜੀ। ਡਾਕਟਰ ਸਾਹਿਬ, ਤੁਸੀਂ ਡਾਕਟਰੀ ਪੇਸ਼ੇ 'ਚੋਂ ਦਿਲ ਦੇ ਰੋਗਾਂ ਦੇ ਮਾਹਰ ਹੋ। ਜਦੋਂ ਤੁਸੀਂ ਆਪਦੀ ਡਾਕਟਰੀ ਲਾਈਨ ਸ਼ੁਰੂ ਕੀਤੀ ਜਾਂ ਡਾਕਟਰੀ ਦੀ ਪੜ੍ਹਾਈ ਸ਼ੁਰੂ ਕੀਤੀ, ਉਸ ਤੋਂ ਬਾਅਦ ਜਿਹੜੀ ਸਪੈਸ਼ਲਾਈਜੇਸ਼ਨ ਤੁਸੀਂ ਚੁਣੀ ਆ, ਉਹ ਹਾਰਟ ਦੀ ਕਿਉਂ ਚੁਣੀ? ਦੇਖੋ, ਜਦੋਂ ਆਪਾਂ ਸਟਾਰਟ ਕਰਦੇ ਹਾਂ ਮੈਡੀਕਲ ਪ੍ਰੋਫੈਸ਼ਨ ਐਜ਼ MBBS ਜੀ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਬੈਚਲਰ ਆਫ ਮੈਡੀਸਿਨ, ਬੈਚਲਰ ਆਫ ਸਰਜਰੀ, ਜਿਹੜੀ ਕਿ ਜਨਰਲਾਈਜ਼ਡ ਮੈਡੀਸਿਨ ਹੈ, ਸਾਰੀਆਂ ਬ੍ਰਾਂਚਿਸ ਉਹ 'ਚ ਆ ਜਾਂਦੀਆਂ। ਉਸ ਦੌਰਾਨ ਆਪਾਂ ਨੂੰ ਐਕਸਪੋਜਰ ਮਿਲਦਾ ਸਾਰੇ ਮਹਿਕਮਿਆਂ ਦਾ, ਸਾਰੇ ਬ੍ਰਾਂਚਿਸ ਦਾ। ਅਤੇ ਜਦੋਂ ਉਹਦੇ 'ਚ ਫਾਈਨਲ ਈਅਰ 'ਚ ਇੰਟਰਨਸ਼ਿਪ 'ਚ ਅਸੀਂ ਪ੍ਰੈਕਟਿਸ ਕਰਦੇ ਹਾਂ, ਐਮਰਜੈਂਸੀ 'ਚ, ਵਾਰਡ 'ਚ, OPD 'ਚ, ਸਾਰੇ ਕਿਤੇ ਡਿਊਟੀ ਕਰਦੇ ਹਾਂ, ICU 'ਚ,
ਉਹ ਕਰਦੇ ਹੋਏ ਮੈਂ ਇਹ ਰਿਅਲਾਈਜ਼ ਕੀਤਾ ਕਿ ਹਾਰਟ ਦਾ ਜਿਹੜਾ ਪੇਸ਼ੈਂਟ ਹੈ, ਹਾਰਟ ਦੀ ਜਿਹੜੀ ਸਮੱਸਿਆ ਹੈ, ਉਹ ਸਿੱਧਾ ਆਰ ਪਾਰ ਦੀ ਕਹਿ ਲਓ ਕਿ ਸਿਚੁਏਸ਼ਨ ਨੂੰ ਡਿਸਾਈਡ ਕਰਦੀ ਹੈ ਜੀ। ਨਾ ਤਾਂ ਹਾਰਟ ਦਾ ਪੇਸ਼ੈਂਟ ਕਹਿ ਲਓ ਕਿ ਬਾਕੀ ਜਿਵੇਂ ਤੁਸੀਂ ਦੇਖਿਆ ਹੋਣਾ ਕੋਈ ਨਿਊਰੋ ਦੇ ਪੇਸ਼ੈਂਟ, ਬ੍ਰੇਨ ਦੇ ਪੇਸ਼ੈਂਟ ਸਾਲੋ ਸਾਲ ਕਈ ਵਾਰੀ ਕੋਈ ਦਿੱਕਤ ਆਉਂਦੀ ਹੈ, ਅਧਰੰਗ ਹੋ ਗਿਆ, ਲਕਵਾ ਹੋ ਗਿਆ, ਫਿਰ ਕੋਈ ਕਿਡਨੀ ਦੇ ਹੋ ਗਏ। ਮੈਂ ਜੋ ਉੱਥੇ ਫੀਲ ਕੀਤਾ ਕਿ ਹਾਰਟ ਦਾ ਪੇਸ਼ੈਂਟ ਐਵੇਂ ਨਹੀਂ ਹੈ, ਜਾਂ ਤਾਂ ਜਦੋਂ ਟਰੀਟਮੈਂਟ ਸੈੱਟ ਬਹਿ ਗਿਆ, ਪਰਮਾਤਮਾ ਨੇ ਕਿਰਪਾ ਕਰਤੀ, ਮਰੀਜ਼ ਹਮੇਸ਼ਾ ਲਈ ਲੰਬਾ ਟਾਈਮ ਵਧੀਆ ਠੀਕ ਹੋ ਜਾਂਦਾ ਔਰ ਇਫੈਕਟ ਦਿਨਾਂ 'ਚ ਹੀ ਆ ਜਾਂਦਾ, ਦਿਨਾਂ 'ਚ ਕਈ ਵਾਰੀ ਘੰਟਿਆਂ 'ਚ ਆ ਜਾਂਦਾ। ਅਤੇ ਦੂਜੇ ਪਾਸੇ ਜਿੱਥੇ ਨਹੀਂ ਗੱਲ ਬੰਨੀ, ਮੰਨ ਲਓ ਸਿਚੁਏਸ਼ਨ ਹੱਥ ਤੋਂ ਨਿਕਲ ਚੁੱਕੀ ਹੈ, ਪਹਿਲਾਂ ਹੀ ਡੈਮੇਜ ਜ਼ਿਆਦਾ ਹੋ ਗਿਆ, ਉਹਦੇ 'ਚ ਠੀਕ ਹੈ ਜਾਨ ਦਾ ਪਰਮਾਤਮਾ ਦੇ ਹੱਥ ਵੱਸ ਹੈ, ਜਾਨ ਜਾਂਦੀ ਹੈ, ਪਰ ਪੇਸ਼ੈਂਟ ਅਤੇ ਉਹਦੇ ਪਰਿਵਾਰ ਵਾਲੇ ਲਟਕਦੇ ਨਹੀਂ ਜੀ। ਐਗਨੀ ਘਟ ਜਾਂਦੀ ਹੈ, ਮੋਰਬਿਡਿਟੀ ਘਟ ਜਾਂਦੀ ਹੈ, ਸਿੰਪਲ ਭਾਸ਼ਾ 'ਚ ਮਰੀਜ਼ ਖੱਜਲ ਨਹੀਂ ਹੁੰਦਾ, ਆਰ ਪਾਰ ਦੀ ਗੱਲ ਹੈ ਸਿੱਧੀ। ਉਹਦੇ 'ਚ ਡਾਕਟਰ ਵੀ ਔਨ ਦ ਟੋਜ਼ ਰਹਿੰਦਾ ਅਤੇ ਰਿਜ਼ਲਟ ਵੀ ਨਿਕਲਦਾ ਜੀ। ਤਾਂ ਉਹ ਚੀਜ਼ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ। ਉਸ ਕਰਕੇ ਮੇਰਾ ਉਦੋਂ ਇੰਟਰਸਟ ਬਣ ਗਿਆ ਕਿ ਅਰਦਾਸ ਮਨ 'ਚ ਹੀ ਕੀਤੀ ਵੀ ਹਾਂ ਪ੍ਰਮਾਤਮਾ ਮੌਕਾ ਦੇਵੇ ਤਾਂ ਹਾਰਟ ਦੇ ਸਪੈਸ਼ਲਿਸਟ ਅਤੇ ਹਾਰਟ ਦਾ ਕੰਮ ਕਰਨ ਦਾ ਮਜ਼ਾ ਅਲੱਗ ਹੀ ਆਏਗਾ ਜੀ। ਅਤੇ ਉਹਦਾ ਮਜ਼ਾ ਅੱਜ ਦੀ ਡੇਟ 'ਚ ਵੀ ਹੁਣ ਤੱਕ ਵੀ ਲੈ ਰਹੇ ਹਾਂ, ਅਤੇ ਸ਼ੁਕਰ ਹੈ ਪ੍ਰਮਾਤਮਾ ਨੇ ਇਹ ਰਾਹ ਦਿਖਾਇਆ, ਇਹ ਇੰਟਰਸਟ ਪੈਦਾ ਕੀਤਾ। ਅਤੇ ਤੁਸੀਂ ਜਿਹੜੀ ਪੜ੍ਹਾਈ ਹੈ ਪੰਜਾਬ ਤੋਂ ਕੀਤੀ? ਹਾਂਜੀ ਹਾਂਜੀ, ਮੈਂ MBBS MD ਪੰਜਾਬ ਤੋਂ ਕੀਤੀ। MD ਮੈਡੀਸਿਨ ਮੈਂ ਗਵਰਨਮੈਂਟ ਮੈਡੀਕਲ ਕਾਲਜ ਅੰਮ੍ਰਿਤਸਰ ਸਰਕਾਰੀ ਹਸਪੀਟਲ ਤੋਂ ਕੀਤੀ, ਜਿੱਥੇ ਕਿ ਬਹੁਤ ਪੇਸ਼ੈਂਟ ਦਿਨ ਰਾਤ ਦੇਖਣ ਨੂੰ ਮਿਲਿਆ, ਸਰਵ ਕਰਨ ਨੂੰ ਮਿਲਿਆ, ਸੇਵਾ ਕਰਨ ਨੂੰ ਮਿਲਿਆ, ਸਿੱਖਣ ਨੂੰ ਮਿਲਿਆ। ਕਿਤਾਬਾਂ ਦੇ ਨਾਲ ਨਾਲ ਸਾਡੇ ਪ੍ਰੋਫੈਸਰਾਂ ਦੇ ਨਾਲ ਨਾਲ ਮਰੀਜ਼ ਸਭ ਤੋਂ ਜ਼ਿਆਦਾ ਸਾਨੂੰ ਸਿਖਾਉਂਦੇ ਆ ਜੀ। ਹਰ ਇੱਕ ਹਿਊਮਨ ਬੋਡੀ, ਹਰ ਇੱਕ ਇਨਸਾਨੀ ਸਰੀਰ ਇੱਕ ਅਲੱਗ ਮਸ਼ੀਨ ਹੈ ਜਿਹਦਾ ਰਿਸਪੌਂਸ ਅਲੱਗ ਆਉਂਦਾ। ਤਾਂ ਉਹਦੇ 'ਚ ਡੈਫੀਨੇਟਲੀ ਨੰਬਰ ਜਿੰਨਾ ਤੁਸੀਂ ਠੀਕ ਕੀਤਾ, ਜਿੰਨਾ ਤੁਸੀਂ ਟਰੀਟ ਕੀਤਾ, ਤੁਹਾਡਾ ਐਕਸਪੀਰੀਅੰਸ ਬਣਦਾ ਜਾਂਦਾ ਜੀ, ਅਤੇ ਉਹ ਤੁਹਾਨੂੰ ਹੈਲਪ ਕਰਦਾ ਲਾਈਫ ਲੌਂਗ। ਇਹਦੇ 'ਚ ਗਵਰਨਮੈਂਟ ਹਸਪੀਟਲ 'ਚ ਜੇ ਤੁਹਾਨੂੰ ਰੈਜ਼ੀਡੈਂਸੀ ਜਾਂ ਡਿਗਰੀ MD ਕਰਨ ਨੂੰ ਮਿਲ ਜੇ ਤਾਂ ਇਨਸਾਨ ਬਹੁਤ ਖੁਸ਼ ਨਸੀਬ ਹੈ। ਅਤੇ ਅਸੀਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਹਾਂ ਕਿ ਉੱਥੇ ਮੌਕਾ ਮਿਲਿਆ ਸਰਵ ਕਰਨ ਦਾ, ਸਿੱਖਣ ਦਾ। ਅਤੇ ਉੱਥੋਂ ਬਾਅਦ ਫਿਰ ਅੱਗੇ DM ਦੀ ਪੜ੍ਹਾਈ ਕਰਨ ਲਈ ਬੈਂਗਲੌਰ ਜਾਣ ਦਾ ਮੌਕਾ ਮਿਲਿਆ। ਉੱਥੇ ਸ਼੍ਰੀ ਜੈਦੇਵਾ ਇੰਸਟੀਟਿਊਟ ਹੈ, ਕਾਰਡੀਅਕ ਦਾ ਸਭ ਤੋਂ ਪ੍ਰੀਮੀਅਰ ਇੰਸਟੀਟਿਊਟ ਹੈ, ਜਿਵੇਂ ਆਪਣੇ PGI ਹੈ ਚੰਡੀਗੜ੍ਹ ਜੀ, ਆਟੋਨੋਮਸ ਗਵਰਨਮੈਂਟ ਆਫ ਇੰਡੀਆ ਦਾ, ਏਸ਼ੀਆ ਦਾ ਲਾਰਜੈਸਟ ਕਾਰਡੀਅਕ ਸੈਂਟਰ ਹੈ। ਉੱਥੇ ਵੀ ਗਵਰਨਮੈਂਟ ਪੇਸ਼ੈਂਟ ਟਰੀਟ ਕਰਨ ਦਾ ਮੌਕਾ ਮਿਲਿਆ, ਸਿੱਖਣ ਦਾ ਮੌਕਾ ਮਿਲਿਆ, ਅਤੇ ਚੰਗੇ ਭਾਗਾਂ ਦੀ ਗੱਲ ਹੈ ਪ੍ਰਮਾਤਮਾ ਨੇ ਇਹ ਮੌਕਾ ਬਖਸ਼ਿਆ ਜੀ। ਅਤੇ ਹੁਣ ਉਸ ਤੋਂ ਬਾਅਦ ਇੱਥੇ ਪਟਿਆਲੇ ਪਾਰਕ ਹਸਪੀਟਲ 'ਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਾਂ ਜੀ, ਦੇ ਰਹੇ ਹਾਂ। ਇੱਥੇ ਵੀ ਸਰਕਾਰੀ ਪੇਸ਼ੈਂਟ ਜਿਨ੍ਹਾਂ ਕੋਲ ਆਯੁਸ਼ਮਾਨ ਕਾਰਡ ਹੈ ਫ੍ਰੀ ਆਫ ਕਾਸਟ ਟਰੀਟ ਕਰਨ ਨੂੰ ਮਿਲਦੇ ਨੇ, ਕਿਉਂਕਿ ਇਹ ਲਾ ਲਓ ਵੀ ਸ਼ੁਰੂ ਤੋਂ ਸਰਕਾਰੀ ਪੇਸ਼ੈਂਟ ਦੇਖੇ, ਸਰਕਾਰੀ ਹਸਪੀਟਲ 'ਚ ਜਿਹੜੇ ਗਰੀਬ ਪੇਸ਼ੈਂਟ ਵਿਚਾਰੇ ਲੋੜਵੰਦ, ਅਤੇ ਮਨ ਦੀ ਇੱਕ ਇੱਛਾ ਸੀ ਕਿ ਉਹਨਾਂ ਤੋਂ ਸਾਥ ਟੁੱਟੇ ਨਾ, ਔਰ ਇੱਕ ਉਵੇਂ ਦਾ ਆਦਤ ਬਣ ਜਾਂਦੀ ਹੈ, ਉਵੇਂ ਦਾ ਇੱਕ ਸਵਾਦ ਬਣ ਜਾਂਦਾ ਜੀ। ਤਾਂ ਉਹ ਮੌਕਾ ਇੱਥੇ ਵੀ ਪ੍ਰਮਾਤਮਾ ਉਨਾ ਹੀ ਦੇ ਰਿਹਾ, ਅਤੇ ਚਲੋ ਆਨੰਦ ਆ ਰਿਹਾ ਜੀ। ਗੁਰੂ ਸਾਹਿਬ ਦੀ ਨਗਰੀ ਤੋਂ ਪੜ੍ਹਾਈ ਕੀਤੀ ਅਤੇ ਇਸ ਸੇਵਾ ਨਾਲ ਜੋੜ ਲਿਆ ਗੁਰੂ ਸਾਹਿਬ ਨੇ ਤੁਹਾਨੂੰ। ਬਿਲਕੁਲ ਜੀ, ਬਿਲਕੁਲ। ਡਾਕਟਰ ਸਾਹਿਬ, ਜੇ ਆਪਾਂ ਦਿਲ ਦੇ ਰੋਗਾਂ ਦੀ ਆਪਾਂ ਗੱਲ ਕਰੀਏ, ਪਹਿਲਾਂ ਗੱਲਾਂ ਸੁਣਦੇ ਹੁੰਦੇ ਸੀਗੇ ਵੀ ਜਿਹੜੇ ਹਾਰਟ ਅਟੈਕ ਆ ਜਿਹੜਾ, ਉਹ ਅਮਰੀਕਾ ਕੈਨੇਡਾ ਦੇ ਜਿਹੜੇ ਵਾਸੀ ਨੇ ਉਹਨਾਂ ਨੂੰ ਇਹ ਜਿਹੜੀ ਉਸ ਕਲਚਰ 'ਚ ਜ਼ਿਆਦੇ ਆ, ਇਹ ਪੰਜਾਬ 'ਚ ਕਿਵੇਂ ਦਖਲ ਕਰ ਗਈ? ਇਹ ਸਰ ਬੜਾ ਵਧੀਆ ਸਵਾਲ ਪੁੱਛਿਆ ਤੁਸੀਂ। ਬਿਲਕੁਲ ਇਹ ਮਾਡਰਨਾਈਜੇਸ਼ਨ ਨਾਲ ਰਿਲੇਟਡ ਹੈ, ਇਹ ਇੱਕ ਲਾਈਫ ਸਟਾਈਲ ਡਿਜ਼ੀਜ਼ ਹੈ, ਠੀਕ ਹੈ, ਆਪਣੀ ਜੀਵਨ ਜਾਂਚ ਹੈ ਜਿਹੜੀ ਉਹਦੇ ਨਾਲ ਜੁੜੀ ਹੋਈ ਹੈ। ਅਤੇ ਜੇ ਆਪਾਂ ਦੇਖੀਏ ਜੀਵਨ ਜਾਂਚ ਆਪਣੀ ਪੰਜਾਬੀਆਂ ਦੀ, ਇੰਡੀਅਨਸ ਦੀ ਬਹੁਤ ਬਦਲੀ ਹੈ ਪਿਛਲੇ 2 ਜਿਹੜੇ ਦਸ਼ਕ ਨੇ, 2 ਡੈਕੇਡਸ 'ਚ ਬਹੁਤ ਬਦਲੀ ਹੈ। ਵੈਸਟਰਨ ਨੂੰ ਜ਼ਿਆਦਾ ਅਡੋਪਟ ਕੀਤਾ ਨਾ, ਬਹੁਤ ਅਡੋਪਟ ਹੋ ਗਿਆ ਸਰ। ਆਪਣੇ ਕਹਿ ਲਓ ਵੀ ਇੰਡੀਅਨ ਕਲਚਰ 'ਚ, ਇੰਡੀਅਨ ਸਿਵਲਾਈਜੇਸ਼ਨ 'ਚ ਪੈਕਡ ਫੂਡ ਦੀ ਕੋਈ ਜਗ੍ਹਾ ਹੀ ਨਹੀਂ ਸੀਗੀ, ਬਿਲਕੁਲ ਫਰੋਜ਼ਨ ਫੂਡ ਦੀ ਕੋਈ ਜਗ੍ਹਾ ਹੀ ਨਹੀਂ ਸੀਗੀ। ਅਤੇ ਜਿਹੜੀ ਚੀਜ਼ ਕੋਈ ਕਹਿ ਲਓ ਵੀ ਠੀਕ ਹੈ, ਯੂਰੋਪੀਅਨ ਅਤੇ US ਤੋਂ, ਵੈਸਟ ਤੋਂ ਸੌਸੇਜ਼, ਮਿਓਨੇਜ਼, ਇਹ ਸਾਰਾ ਕੁਝ ਪੈਕਡ, ਇਹਦਾ ਕੋਈ ਮਤਲਬ ਹੀ ਨਹੀਂ ਸੀਗਾ। ਜੇ ਆਪਣੇ ਕੋਈ ਚੀਜ਼ ਹੁੰਦੀ ਸੀ ਤਾਂ ਠੀਕ ਹੈ, ਦੇਸੀ ਚਟਨੀ ਹੋ ਗਈ, ਠੀਕ ਹੈ, ਭਾਵੇਂ ਆਪਣੇ ਪੁਦੀਨੇ ਦੀ ਹੋ ਗਈ, ਭਾਵੇਂ ਧਨੀਏ ਦੀ ਹੋ ਗਈ, ਘਰੇ ਫਰੈਸ਼ ਬਣਦੀ, ਐ ਨਹੀਂ ਵੀ ਪੈਕਟਾਂ 'ਚ ਸਦੀਆਂ ਦੀ ਪਈ ਹੈ। ਅਤੇ ਹੁਣ ਤੁਸੀਂ ਦੇਖੋ ਕੋਈ ਵੀ ਆਪਣੇ ਲਿਕੁਇਡ ਫੂਡ ਆਈਟਮ ਪਈ ਹੋਵੇ, ਉਹਨੂੰ ਘੰਟੇ ਨਹੀਂ ਲੱਗਦੇ ਖਰਾਬ ਹੋਣ 'ਚ। ਬਿਲਕੁਲ। ਅਤੇ ਕਿੰਨੇ ਕੁ ਪ੍ਰੀਜ਼ਰਵੇਟਿਵ ਪੈਂਦੇ ਨੇ ਆਪਾਂ ਨੂੰ ਸਭ ਨੂੰ ਅੱਜ ਦੀ ਡੇਟ 'ਚ ਪਤਾ ਹੈ। ਅੱਜ ਕੱਲ੍ਹ ਤਾਂ ਇੰਨਾ ਇਨਫੋਰਮੇਸ਼ਨ ਵਾਲਾ ਯੁੱਗ ਹੈ ਵੀ ਆਪਾਂ ਨੂੰ ਇਨਫੋਰਮੇਸ਼ਨ ਈਜ਼ੀਲੀ ਅਵੇਲੇਬਲ ਪਈ ਹੈ। ਚਾਹੇ ਜੇ ਆਪਾਂ ਛੋਟੇ ਲੈਵਲ 'ਤੇ ਦੇਖ ਲਈਏ, ਦਹੀਂ ਦੁੱਧ ਵੀ ਜੇ ਆਪਾਂ ਗੱਲ ਕਰ ਲਈਏ, ਹਾਂਜੀ, ਅਤੇ ਕਿਤੇ ਨਾ ਕਿਤੇ ਪੈਕਿੰਗ ਹੋਣ ਕਰਕੇ ਨੁਕਸਾਨ ਤਾਂ ਬਹੁਤ ਜ਼ਿਆਦਾ, ਬਹੁਤ ਨੁਕਸਾਨ ਕਰਦਾ, ਕਿਉਂਕਿ
ਇੱਕ ਤਾਂ ਗੱਲ ਉਹ 'ਚ ਪ੍ਰੀਜ਼ਰਵੇਟਿਵ ਨੇ, ਦੂਜੀ ਗੱਲ ਫੂਡ ਆਈਟਮ ਕਦੀ ਵੀ ਜਿਹੜੀ ਪ੍ਰੀਜ਼ਰਵ ਨਹੀਂ ਕੀਤੀ ਜਾ ਸਕਦੀ ਅੰਟਿਲ ਐਂਡ ਅਨਲੈਸ ਉਹ ਬਹੁਤ ਡਰਾਈ ਹੈ ਅਤੇ ਉਹ ਨੈਚੁਰਲ ਵੇ ਨਾਲ ਪ੍ਰੀਜ਼ਰਵ ਕੀਤੀ ਹੋਈ ਹੋਵੇ। ਦੂਸਰਾ ਉਹਨੂੰ ਪੈਕ ਕਰਨ ਲਈ ਪਲਾਸਟਿਕ ਆਈਟਮ ਸਾਰੀ ਯੂਜ਼ ਹੁੰਦੀ ਹੈ। ਬਿਲਕੁਲ ਠੀਕ ਹੈ। ਇਹਦੇ ਬਹੁਤ ਮਲਟੀਪਲ ਬਹੁਤ ਪੱਖੀ ਇਹਦੇ ਸਾਈਡ ਇਫੈਕਟ ਨੇ, ਸਿਹਤ 'ਤੇ ਤਾਂ ਹੈ ਹੀ ਨੇ, ਐਨਵਾਇਰਨਮੈਂਟ 'ਤੇ ਵੀ ਨੇ। ਪਲਾਸਟਿਕ ਡੰਪ ਬਣ ਗਿਆ ਆਪਣਾ ਕੰਟਰੀ, ਆਪਣਾ ਸਟੇਟ, ਠੀਕ ਹੈ, ਕਿਉਂਕਿ ਸਾਰੀਆਂ ਹੈ ਬਾਹਰਲੀਆਂ ਐਕਟੀਵਿਟੀਜ਼, ਬਾਹਰਲੇ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਇੱਥੇ ਉਹ ਚੀਜ਼ ਫੋਲੋ ਹੋ ਰਹੀ ਹੈ ਜੀ। ਇਹ ਆਪਣਾ ਫੂਡ ਨਹੀਂ ਸੀਗਾ, ਇਹ ਆਪਣੀ ਆਦਤ ਨਹੀਂ ਸੀ। ਇਹਦੇ 'ਤੇ ਮੈਂ ਇੱਕ ਬੜਾ ਵਧੀਆ ਪੁਆਇੰਟ ਨੋਟ ਕੀਤਾ ਵਾ, ਜਦੋਂ ਮੈਂ ਕਰਨਾਟਕਾ 'ਚ ਸੀ, ਬੈਂਗਲੌਰ 'ਚ 3.5 ਸਾਲ ਮੈਂ ਉੱਥੇ ਰਿਹਾ, 3 ਸਾਲ DM ਕੀਤੀ। ਉੱਥੋਂ ਅਸੀਂ ਜਦੋਂ ਕਦੀ ਇੱਕ ਅੱਧਾ ਦਿਨ ਮੌਕਾ ਮਿਲਿਆ ਉੱਥੇ ਗਏ, ਉਹਨਾਂ ਦੇ ਵੈਸਟਰਨ ਘਾਟ 'ਚ, ਪਲੱਸ ਉਹਨਾਂ ਦੇ ਜਿਹੜੇ ਹਿਲ ਸਟੇਸ਼ਨ ਨੇ, ਉੱਥੇ ਮੈਨੂੰ ਬਿਲਕੁਲ ਵੀ ਕਿਤੇ ਲਿਟਰਿੰਗ ਨਹੀਂ ਮਿਲੀ, ਕਿਤੇ ਵੀ ਕੋਈ ਕਾਗਜ਼ ਨਹੀਂ ਮਿਲੇ ਖਿਲਰੇ ਹੋਏ। ਉਹਦਾ ਕਾਰਨ ਇਹ ਸੀਗਾ ਕਿ ਕਿਤੇ ਵੀ ਕੋਕ, ਪੈਪਸੀ, ਲੇਜ਼ ਇਹਦੀਆਂ ਦੁਕਾਨਾਂ ਹੀ ਨਹੀਂ ਮਿਲੀਆਂ। ਕਿਤੇ ਨਾ ਕਿਤੇ ਸਾਊਥ ਵਾਲੇ ਲੋਕ ਆਪਣੇ ਨਾਰਥ ਵਾਲਿਆਂ ਤੋਂ ਇਸ ਪੱਖੋਂ ਸਿਆਣੇ ਤੇ ਵਧੀਆ ਨੇ, ਬਹੁਤ ਅਵੇਅਰ ਨੇ, ਉਹ ਤਾਂ ਬਹੁਤ ਅਵੇਅਰ ਨੇ। ਉਹ ਕੋਕ, ਪੈਪਸੀ ਨੂੰ, ਲੇਜ਼ ਨੂੰ, ਪੈਕਡ ਫੂਡ ਆਈਟਮਸ ਨੂੰ ਮੂੰਹ ਹੀ ਨਹੀਂ ਲਾਉਂਦੇ। ਬਿਲਕੁਲ। ਤੇ ਕਿਤੇ ਨਾ ਕਿਤੇ ਜਿਹੜਾ ਜੰਕ ਫੂਡ ਹੈ, ਟਰਾਂਸ ਫੈਟਸ ਨੇ, ਤੁਸੀਂ ਕੋਈ ਵੀ ਪੈਕੇਟ ਚੱਕ ਲਓ ਫੂਡ ਆਈਟਮ ਦਾ, ਜਿਹੜੀ ਫਰਾਈਡ ਹੈ, ਸਾਰੇ ਪਾਮ ਆਇਲ 'ਚ ਫਰਾਈਡ ਨੇ, ਔਰ ਉਹ ਵੀ ਉਹ ਮਲਟੀਪਲ ਟਾਈਮ ਯੂਜ਼ ਕੀਤਾ ਹੁੰਦਾ। ਅਤੇ ਉਹ ਇਹ ਸਾਰਾ ਕੁਛ ਸਿਹਤ ਲਈ ਬਹੁਤ ਹਾਨੀਕਾਰਕ। ਬਿਲਕੁਲ। ਤਾਂ ਉਹ ਸਵਾਲ ਤੁਹਾਡਾ ਉੱਥੋਂ ਸ਼ੁਰੂ ਹੋਇਆ ਕਿ ਕਿਤੇ ਨਾ ਕਿਤੇ US ਕੈਨੇਡਾ ਦੀਆਂ ਇਹ ਵੈਸਟ ਦੀਆਂ ਬਿਮਾਰੀਆਂ ਸੀਗੀਆਂ। ਆਪਾਂ ਜਦੋਂ ਵੈਸਟ ਵੱਲ ਨੂੰ ਉਹਨਾਂ ਦਾ ਸਾਰਾ ਕੁਝ ਕਾਪੀ ਕਰਨ ਲਈ ਗਏ ਅਤੇ ਕਾਪੀ 'ਚ ਨਾਲ ਹੀ ਮਿਲਿਆ, ਫਿਰ ਬਿਮਾਰੀਆਂ ਵੀ ਨਾਲ ਹੀ ਲੈ ਕੇ ਆਏ। ਨਾਲ ਹੀ ਮਿਲਿਆ। ਡਾਕਟਰ ਸਾਹਿਬ ਤੁਸੀਂ ਵੀ ਯੰਗ ਹੋ, ਤੁਸੀਂ ਅੱਜ ਕੱਲ੍ਹ ਬਹੁਤ ਸੁਣਿਆ ਹੋਊਗਾ ਨੌਜਵਾਨ ਬਹੁਤ ਸ਼ਿਕਾਰ ਹੋ ਰਹੇ ਨੇ ਹਾਰਟ ਅਟੈਕ ਦੇ। ਸਰ ਉਹ ਵੀ ਗੱਲ ਇਹਦੇ ਨਾਲ ਜੁੜੀ ਹੋਈ ਹੈ। ਹੁਣ ਆਪਣੇ ਜਿਹੜੇ ਪੇਰੈਂਟਸ ਨੇ, ਜਿਹੜੇ ਪੀੜ੍ਹੀ ਦੇ ਉਹ ਨੇ, ਉਹ ਤੁਸੀਂ ਦੇਖੋ ਇਹਨਾਂ ਚੀਜ਼ਾਂ ਨੂੰ ਜ਼ਿਆਦਾ ਉਹਨਾਂ ਨੇ ਅਡੋਪਟ ਨਹੀਂ ਕੀਤਾ। ਤੁਸੀਂ ਮੰਨਦੇ ਹੋ ਵੀ ਹਾਰਟ ਅਟੈਕ ਵੀ ਪੀੜ੍ਹੀ ਦਰ ਪੀੜ੍ਹੀ ਚੱਲਦਾ ਹੁੰਦਾ? ਉਹ ਵਨ ਆਫ ਦਾ ਫੈਕਟਰ ਹੈ। ਹਾਰਟ ਅਟੈਕ 'ਚ ਮੇਜਰ ਰਿਸਕ ਫੈਕਟਰ ਨੇ, ਮਾਈਨਰ ਰਿਸਕ ਫੈਕਟਰ ਨੇ, ਮਲਟੀਫੈਕਟੋਰੀਅਲ ਡਿਜ਼ੀਜ਼ ਹੈ। ਓਕੇ ਠੀਕ ਹੈ। ਉਹਦੇ 'ਚ ਜਿਹੜਾ ਹੁਣ ਕੋਈ ਜੈਨੇਟਿਕ ਲੈਵਲ 'ਤੇ ਆਪਾਂ ਨੂੰ ਫੈਕਟਰ ਮਿਲ ਗਿਆ, ਉਹ ਆਪਾਂ ਨੂੰ ਖੈਰਾਤ 'ਚ ਮਿਲ ਗਿਆ ਜੀ, ਉਹਦੇ 'ਤੇ ਆਪਣਾ ਵੱਸ ਨਹੀਂ। ਬਿਲਕੁਲ। ਪਰ ਜਿਹੜੇ ਮੋਡੀਫਾਈਬਲ ਰਿਸਕ ਫੈਕਟਰ ਨੇ, ਜਿਹੜੇ ਆਪਣੀ ਕੋਸ਼ਿਸ਼ ਦੇ ਦਾਇਰੇ 'ਚ ਨੇ, ਆਪਾਂ ਉਹਨਾਂ ਨੂੰ ਤਾਂ ਕੋਸ਼ਿਸ਼ ਕਰਕੇ ਖ਼ਤਮ ਕਰ ਸਕਦੇ ਹਾਂ ਨਾ, ਜਿਵੇਂ ਕਿ ਸਮੋਕਿੰਗ, ਐਲਕੋਹਲ, ਫਿਜ਼ੀਕਲ ਇਨਐਕਟੀਵਿਟੀ, ਠੀਕ ਹੈ, ਕੁਛ ਵੀ ਹੱਡ ਪੈਰ ਨਾ ਹਿਲਾਣਾ, ਬੈਠੇ ਰਹਿਣਾ, ਕੋਈ ਵੀ ਕਸਰਤ ਨਾ ਕਰਨਾ। ਹੁਣ ਆਪਣੇ ਪਿਓ ਦਾਦੇ ਸਾਰੇ ਸਾਈਕਲਾਂ 'ਤੇ, ਠੀਕ ਹੈ, ਅਤੇ ਕਸਰਤ ਕਰਦੇ ਸੀਗੇ, ਵਾਕਿੰਗ ਕਰਦੇ ਸੀ, ਫਿਰ ਪੈਕਡ ਫੂਡ ਨਹੀਂ ਸੀ ਖਾਂਦੇ। ਪਰ ਆਪਣੀ ਜਨਰੇਸ਼ਨ ਨੇ ਪੈਕਡ ਫੂਡ ਤਾਂ ਅਡੋਪਟ ਕਰ ਲਏ, ਫਿਜ਼ੀਕਲ ਐਕਟੀਵਿਟੀ ਛੱਡਤੀ। ਬਿਲਕੁਲ ਠੀਕ ਹੈ। ਪਲੱਸ ਇੱਕ ਜਿਹਨੂੰ ਕਹਿੰਦੇ ਆ ਨਾ ਕੰਪੈਰੀਜ਼ਨ ਦਾ ਦੌਰ ਸ਼ੁਰੂ ਹੋ ਗਿਆ, ਦੌੜ ਲੱਗ ਗਈ। ਉਹ ਬੜੇ ਠਹਿਰਾਵ 'ਚ ਸੀਗੇ, ਆਪਣੀ ਮਿਹਨਤ ਕਰਦੇ ਸੀ, ਹੱਥੀਂ ਕਿਰਤ ਕਰਨ ਵਾਲੇ ਬੰਦੇ ਜਦੋਂ ਆ ਕੇ ਹੱਥ 'ਤੇ ਹੱਥ ਧਰ ਕੇ ਬਹਿਣ ਲੱਗੇ, ਬਿਮਾਰੀਆਂ ਨੇ ਘੇਰ ਲਿਆ। ਕਰੈਕਟ। ਅਤੇ ਦੂਜਾ, ਉਹਨਾਂ ਨੂੰ ਇੰਨੀ ਕਾਹਲੀ ਨਹੀਂ ਸੀ, ਭਾਵੇਂ ਕਹਿ ਲਓ ਤਰੱਕੀ ਕਰਨ ਦੀ, ਭਾਵੇਂ ਕਹਿ ਲਓ ਕਿਸੇ ਤੋਂ ਅੱਗੇ ਨਿਕਲਣ ਦੀ, ਭਾਵੇਂ ਕਹਿ ਲਓ ਕਿ ਕਿਸੇ ਨਾਲ ਕੰਪੈਰੀਜ਼ਨ ਕਰਨ ਦੀ। ਰੇਟ ਰੇਸ ਆ ਨਾ, ਉਹਦੇ 'ਚ ਰੈਟ ਰੇਸ। ਹਾਂਜੀ। ਹੁਣ ਉਹ ਆਪਣੀ ਜਨਰੇਸ਼ਨ ਨੇ ਉਹ ਦੌੜ ਤਾਂ ਫੜ ਲਈ, ਪਰ ਉਹ ਦੌੜ 'ਚ ਬਰਕਰਾਰ ਰਹਿਣ ਲਈ, ਸਿਹਤ ਮੇਨਟੇਨ ਕਰਨ ਲਈ ਜੋ ਕਸਰਤ ਹੈ, ਜੋ ਮੈਂਟਲ ਫਿਟਨੈਸ ਅਤੇ ਫਿਜ਼ੀਕਲ ਫਿਟਨੈਸ ਜੀ, ਕਿਹੜੇ ਬੇਸ 'ਤੇ ਰਹਿੰਦੀ ਹੈ ਵੀ ਆਪਾਂ ਕਸਰਤ ਕਰੀਏ, ਦੂਜਾ ਆਪਾਂ ਕੋਈ ਮੈਡੀਟੇਸ਼ਨ ਕਰੀਏ ਜਾਂ ਕੋਈ ਸਪਿਰਿਚੁਅਲ ਐਕਟੀਵਿਟੀ ਕਰੀਏ। ਸਪਿਰਿਚੁਅਲਿਟੀ ਛੱਡਤੀ, ਡਿਵਿਨਿਟੀ ਛੱਡਤੀ, ਕੋਈ ਸੇਵਾ ਦਾ ਕੰਮ ਜਿਹੜਾ ਆਪਣੇ ਸੋਲ ਨੂੰ ਫੀਡ ਕਰਦਾ, ਆਪਣੀ ਅੰਤਰ-ਆਤਮਾ ਨੂੰ ਫੀਡ ਕਰਦਾ। ਹੁਣ ਜੇ ਤੁਸੀਂ ਕੋਈ ਸੇਵਾ ਕਰਦੇ ਹੋ, ਕੋਈ ਜਿੱਥੇ ਵੀ ਜਿਹਦਾ ਵਿਸ਼ਵਾਸ ਬਣਿਆ ਹੋਇਆ, ਮੰਦਰ, ਗੁਰਦੁਆਰਾ, ਕੋਈ ਮਸਜਿਦ, ਜਿੱਥੇ ਵੀ, ਜਾਂ ਕੋਈ ਵੀ ਸੋਸ਼ਲ ਐਕਟੀਵਿਟੀ, ਤੁਹਾਡਾ ਮਨ ਅੰਦਰੋਂ ਖੁਸ਼ ਰਹਿੰਦਾ, ਡਿਪਰੈਸ਼ਨ ਤੁਹਾਡੇ ਲਾਗੇ ਨਹੀਂ ਲੱਗਦਾ। ਇਹ ਸਾਰੀਆਂ ਚੀਜ਼ਾਂ ਇੰਟਰਕਨੈਕਟਡ ਨੇ ਜੀ। ਮਨ ਖੁਸ਼ ਰਹੇਗਾ, ਜਿਹਨੂੰ ਆਪਾਂ ਕਹਿੰਦੇ ਬੰਦਾ ਚੜ੍ਹਦੀ ਕਲਾ 'ਚ ਰਹੇਗਾ, ਤਾਂ ਚੜ੍ਹਦੀ ਕਲਾ 'ਚ ਰਹੇਗਾ, ਸਟ੍ਰੈਸ ਕਿੱਥੋਂ ਆ ਜਾਏਗਾ? ਬਿਲਕੁਲ। ਜੇ ਆਏਗਾ ਤਾਂ ਸਟ੍ਰੈਸ ਨੂੰ ਮੈਨੇਜ ਕਰ ਲਏਗਾ, ਉਹ ਬੰਦਾ ਸਟ੍ਰੈਸ ਨੂੰ ਮੈਨੇਜ ਕਰਨ ਲਈ ਜ਼ਿਆਦਾ ਇਕੁਇਪਡ ਹੋਏਗਾ। ਬਿਲਕੁਲ ਠੀਕ ਹੈ। ਦੂਜੇ ਪਾਸੇ ਹੁਣ ਕੋਈ ਬੰਦਾ ਜਿਹੜਾ ਫਿਜ਼ੀਕਲੀ ਮੈਂਟਲੀ ਫਿੱਟ ਨਹੀਂ ਹੈਗਾ, ਉਹਦੀ ਲਾਈਫ 'ਚ ਥੋੜ੍ਹਾ ਜਿਹਾ ਵੀ ਸਟ੍ਰੈਸ ਆਇਆ, ਆਉਣਾ ਤਾਂ ਸਭ ਦਾ ਹੀ ਹੈ, ਫਾਈਨੈਂਸ਼ੀਅਲ ਆਏਗਾ ਜਾਂ ਪ੍ਰੋਫੈਸ਼ਨਲ ਆਏਗਾ, ਜੋਬ ਦਾ ਆਏਗਾ, ਕੋਈ ਪਰਸਨਲ ਆਏਗਾ, ਰਿਲੇਸ਼ਨ ਲੈਵਲ 'ਤੇ ਆਏਗਾ, ਉਹ ਬੰਦਾ ਸਟ੍ਰੈਸ ਦੇ ਭਾਰ ਥੱਲੇ ਦਬ ਜਾਏਗਾ। ਆਪਣੇ ਜਿਹੜੇ ਪਹਿਲੀਆਂ ਪੀੜ੍ਹੀਆਂ ਸੀ ਪਿਓ ਦਾਦਿਆਂ ਦੀਆਂ, ਉਹ ਸਟ੍ਰੈਸ ਨੂੰ ਮੈਨੇਜ ਕਰਦੇ ਸੀਗੇ ਬਹੁਤ ਪਿਆਰ ਨਾਲ ਅਤੇ ਬਹੁਤ ਮਜ਼ੇ ਨਾਲ। ਠੀਕ ਹੈ। ਕਿਉਂਕਿ ਉਹਨਾਂ ਦੀ ਸਹਿਣਸ਼ੀਲਤਾ ਹੀ ਬਹੁਤ ਸੀਗੀ, ਉਹਨਾਂ ਦੀ ਕਹਿ ਲਓ ਵੀ ਜਿਹੜੇ ਜਜ਼ਬੇ ਸੀ ਨਾ, ਵੀ ਹੌਸਲੇ ਬਹੁਤ ਵੱਡੇ ਸੀਗੇ ਜੀ। ਵੱਡਾ ਪਹਾੜ ਵੀ ਟੁੱਟ ਪੈਣਾ ਪਰਿਵਾਰ 'ਤੇ ਉਹ ਪਰਮਾਤਮਾ ਦਾ ਭਾਣਾ ਵੀ ਮੰਨ ਲੈਂਦੇ ਸੀਗੇ, ਅਤੇ ਭਾਣਾ ਸਹਿ ਵੀ ਲੈਂਦੇ ਸੀ ਜੀ। ਆਪਣੇ ਯੂਥ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਵੀ ਮੇਰਾ ਹਜੇ ਆ ਨਹੀਂ ਲੱਗਿਆ, ਮੇਰਾ ਵੀਜ਼ਾ ਦੂਜੇ ਦਾ ਲੱਗ ਗਿਆ, ਉਹਨੇ ਇੰਸਟਾ 'ਤੇ ਸਟੋਰੀ ਪਾਤੀ, ਮੇਰੇ ਫਾਲੋਅਰ ਕੀ ਕਹਿਣਗੇ, ਅਤੇ ਉਸ ਚੱਕਰ 'ਚ ਰੋਟੀ ਪਾਣੀ ਖਰਾਬ। ਫਿਰ ਇਸ ਸਟ੍ਰੈਸ 'ਚੋਂ ਅੱਗੇ ਨਿਕਲਦੀਆਂ ਆਹ ਚੀਜ਼ਾਂ, ਹਾਰਟ ਦੀ ਕੋਈ ਡਿਜ਼ੀਜ਼ ਜਾਂ ਬਾਕੀ ਕਹਿ ਲਓ ਬ੍ਰੇਨ ਦੀ ਕੋਈ ਡਿਜ਼ੀਜ਼, ਡਿਪਰੈਸ਼ਨ, ਸਾਰਾ ਕੁਛ ਇੰਟਰਕਨੈਕਟਡ ਹੈ, ਜੀਵਨ ਜਾਂਚ ਨਾਲ ਰਿਲੇਟਡ ਹੈ। ਬੇਸਿਕਲੀ ਇੱਕ ਲਾਈਨ 'ਚ ਜੇ ਦੱਸਣਾ ਹੋਵੇ ਨਾ, ਇਹ ਲਾਈਫ ਸਟਾਈਲ ਡਿਜ਼ੀਜ਼ ਹੈ, ਜੀਵਨ ਜਾਂਚ ਨਾਲ
ਸੰਬੰਧਿਤ ਹੈ। ਜੇ ਆਪਾਂ WHO ਦੀ ਹੈਲਥ ਦੀ ਡੈਫੀਨੇਸ਼ਨ ਚੱਕ ਲਈਏ ਤਾਂ ਉਹਨਾਂ ਨੇ ਹੈਲਥ ਦੇ 3 ਐਸਪੈਕਟ ਦੱਸੇ ਨੇ ਜੀ। ਉਹ ਡੈਫੀਨੇਸ਼ਨ ਐਗਜ਼ੈਕਟ ਇਹ ਹੈ ਵੀ ਹੈਲਥ, ਗੁੱਡ ਹੈਲਥ ਦਾ ਮਤਲਬ ਹੈ ਸਰੀਰ 'ਚ ਦੇਹ ਰੋਗ ਤਾਂ ਫਿਜ਼ੀਕਲ ਰੋਗ ਨਾ ਹੋਣਾ, ਦੂਜਾ ਮਨੋਰੋਗ ਨਾ ਹੋਣਾ, ਮੈਂਟਲ ਹੈਲਥ, ਤੀਜਾ ਉਹਨਾਂ ਨੇ ਦੱਸਿਆ ਸੋਸ਼ਲ ਹੈਲਥ। ਇਹ 3 ਐਸਪੈਕਟ ਦੱਸੇ ਨੇ ਜੀ ਵੀ ਹੈਲਥ ਦੀ ਪੂਰੀ ਡੈਫੀਨੇਸ਼ਨ 'ਚ 3 ਐਸਪੈਕਟ ਆਉਂਦੇ ਨੇ। ਇੱਕ ਫਿਜ਼ੀਕਲ ਹੈਲਥ ਵੀ ਦੇਹ ਠੀਕ ਹੋਵੇ ਜੀ, ਦੂਜੀ ਮੈਂਟਲ ਹੈਲਥ ਵੀ ਦਿਮਾਗ ਔਰ ਮਨ ਠੀਕ ਹੋਵੇ, ਤੀਜਾ ਸੋਸ਼ਲ ਹੈਲਥ ਜੀ। ਸੋਸ਼ਲ ਹੈਲਥ ਬੜਾ ਇੰਪੋਰਟੈਂਟ ਹੈ। ਹੁਣ ਜਿੰਨੇ ਆਪਣੇ ਬੱਚੇ ਬਾਹਰ ਚਲੇ ਗਏ, ਠੀਕ ਹੈ, ਫੋਰਨ 'ਚ ਦੌੜ 'ਚੋਂ ਵਿਚਾਰੇ ਸੋਸ਼ਲ ਹੈਲਥ ਤਾਂ ਗਵਾਈ ਗਏ, ਪਰਿਵਾਰ ਛੁੱਟ ਗਿਆ, ਬਿਲਕੁਲ ਯਾਰ ਦੋਸਤ ਛੁੱਟ ਗਏ। ਤੁਹਾਡੇ ਕਿੰਨੇ ਯਾਰ ਦੋਸਤ ਹੋਣਗੇ ਜਿਹੜੇ ਸਿਰਫ ਇਸ ਗੱਲ ਨੂੰ ਰੋਂਦੇ ਹੋਣਗੇ ਫੋਨ ਕਰਕੇ ਕਿ ਯਾਰ ਬਹਿਣ ਨੂੰ ਕੋਈ ਬੰਦਾ ਨਹੀਂ, ਗੱਲ ਕਰਨ ਨੂੰ ਕੋਈ ਬੰਦਾ ਨਹੀਂ, ਦਿਮਾਗ ਤੇ ਬੋਝ ਆ। ਵਰਚੁਅਲ ਵਰਲਡ 'ਚ ਰਹਿ ਰਹੇ ਨੇ। ਫੇਸਬੁੱਕ 'ਤੇ ਉਹਨਾਂ ਨੂੰ ਲਾਈਕ ਕਰਨ ਨੂੰ ਜਾਂ ਰੋਣ ਨੂੰ 100 ਬੰਦਾ ਹੋਊਗਾ, ਪਰ ਕੋਲ ਬਹਿਣ ਨੂੰ ਇੱਕ ਵੀ ਨਾ ਹੋਊਗਾ। ਬਿਲਕੁਲ ਅਲਟੀਮੇਟਲੀ ਵੀ ਆਰ ਸੋਸ਼ਲ ਐਨੀਮਲਸ ਅਤੇ ਵੀ ਨੀਡ ਦੈਟ। ਅਤੇ ਜਿਵੇਂ ਤੁਹਾਨੂੰ ਦੱਸਿਆ ਕਿ WHO ਦੇ ਇਟਸੈਲਫ ਉਹ ਆਪ ਇਸ ਗੱਲ ਨੂੰ ਮਨਜ਼ੂਰ ਕਰਦੇ ਨੇ ਕਿ ਹਾਂ ਸੋਸ਼ਲ ਹੈਲਥ ਸਭ ਤੋਂ ਇੰਪੋਰਟੈਂਟ ਆਸਪੈਕਟ ਹੈਗਾ। ਸੋ ਲਾਈਫ ਸਟਾਈਲ 'ਚ ਇਹ ਤਿੰਨੋਂ ਚੀਜ਼ਾਂ ਬਹੁਤ ਜ਼ਰੂਰੀ ਨੇ। ਫਿਜ਼ੀਕਲ ਫਿਟਨੈਸ ਆਪਦੀ ਮੇਨਟੇਨ ਕਰਨਾ ਬਾਈ ਫਿਜ਼ੀਕਲ ਮੀਨਸ ਜੀ, ਮੈਂਟਲ ਦਿਮਾਗੀ ਆਪਦੀ ਫਿਟਨੈਸ ਮੈਡੀਟੇਸ਼ਨ ਨਾਲ, ਆਪਣੇ ਸੇਵਾ ਭਾਵਨਾ ਨਾਲ, ਕਿਵੇਂ ਕਹਿ ਲਓ ਕਿ ਰਹਿਣਾ ਚੜ੍ਹਦੀ ਕਲਾ 'ਚ, ਅੰਦਰ ਨੂੰ ਸਕੂਨ ਮਿਲਣਾ ਚਾਹੀਦਾ, ਵੱਡੀ ਗੱਲ। ਐਗਜ਼ੈਕਟਲੀ। ਉਹ ਆਪਣੇ ਜਿੰਨੇ ਗ੍ਰੰਥ ਨੇ ਉਹਨਾਂ ਨੇ ਆਪਾਂ ਨੂੰ ਜੀਵਨ ਜਾਂਚ ਦੱਸੀ ਹੈ। ਗੀਤਾ ਜੀ ਨੇ ਦੱਸੀ ਹੈ, ਗੁਰੂ ਗ੍ਰੰਥ ਸਾਹਿਬ ਜੀ ਨੇ ਦੱਸੀ ਹੈ, ਜਿੰਨੇ ਆਪਣੇ ਗ੍ਰੰਥ ਨੇ ਸਾਰਿਆਂ ਨੇ ਜੀਵਨ ਜਾਂਚ ਦੱਸੀ ਹੈ ਜੀ। ਆਪਾਂ ਉਹਨੂੰ ਪ੍ਰੈਕਟੀਕਲੀ ਵੀ ਲੈ ਲਈਏ ਨਾ, ਅਗਰ ਮੈਂ ਕਹਿੰਦਾ ਕੋਈ ਐਥੀਸਟ ਬੰਦਾ ਵੀ ਉਹਦਾ ਅਧਿਐਨ ਕਰੇਗਾ ਨਾ ਤਾਂ ਉਹ 'ਚੋਂ ਇਹ ਜ਼ਰੂਰ ਸਿੱਟਾ ਕੱਢ ਕੇ ਦੇ ਦੇਗਾ ਵੀ ਇਹ 'ਚ ਜਿਹੜੀ ਜੀਵਨ ਜਾਂਚ ਹੈ ਉਹ ਸਹੀ ਹੈ ਜੀ। ਪਰ ਡਾਕਟਰ ਸਾਹਿਬ ਜੇ ਆਪਾਂ ਗੱਲ ਕਰੀਏ ਹਫ਼ਤੇ 'ਚ 3 ਖਬਰਾਂ ਇਹ ਆ ਰਹੀਆਂ ਨੇ ਵੀ ਨੌਜਵਾਨ ਦਾ ਕੈਨੇਡਾ 'ਚ, ਆਸਟ੍ਰੇਲੀਆ 'ਚ ਜਾਂ ਕਿਸੇ ਵੀ ਦੇਸ਼ 'ਚ ਆਪਾਂ ਗੱਲ ਕਰ ਲਈਏ ਵੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ, ਅਤੇ ਕਾਰਨ ਅੱਜ ਕੱਲ੍ਹ ਇਹ ਮੰਨਦੇ ਨੇ ਕਿ ਮੌਸਮ ਸੂਟ ਨਹੀਂ ਕੀਤਾ। ਤੁਹਾਨੂੰ ਲੱਗਦਾ ਇਹ ਕਾਰਨ ਹੈ? ਸਰ ਬਿਲਕੁਲ ਨਹੀਂ। ਦੇਖੋ ਮੌਸਮ ਪਹਿਲਾਂ ਵੀ ਇੱਦਾਂ ਦੇ ਰਹਿੰਦੇ ਸੀ, ਮੌਸਮ ਕੋਈ ਬਦਲ ਨਹੀਂ ਗਏ, ਪਰ ਲੋਕ ਬਦਲ ਗਏ। ਉਹਦੀ ਸਹਿਣਸ਼ੀਲਤਾ ਅਤੇ ਉਹਦੇ ਲਈ ਫਿਰ ਜਿਵੇਂ ਪਹਿਲਾਂ ਗੱਲ ਕੀਤੀ ਸੀਗੀ ਕਿ ਸਟ੍ਰੈਸ ਮੈਨੇਜਮੈਂਟ ਬਦਲ ਗਈ ਜੀ। ਪਹਿਲਾਂ ਵੀ ਠੰਡ ਪੈਂਦੀ ਸੀ, ਸਮਾਂ ਆਪਣੇ ਬਜ਼ੁਰਗਾਂ ਕੋਲ ਇੰਨੀਆਂ ਵਧੀਆ ਜੈਕਟਾਂ ਅਤੇ ਇੰਨੇ ਵਧੀਆ ਹੀਟਰ ਤੇ ਆ ਨਹੀਂ ਸੀਗੇ। ਬਿਲਕੁਲ ਸਹੀ ਗੱਲ, ਠੀਕ ਹੈ। ਪਰ ਉਹ ਸਰੀਰਕ ਤੌਰ 'ਤੇ ਅਤੇ ਮਾਨਸਿਕ ਤੌਰ 'ਤੇ ਆਪਣੇ ਤੋਂ ਤਕੜੇ ਸੀ। ਆਪਾਂ ਇਹ ਗੱਲ ਮਨਜ਼ੂਰ ਕਰ ਲਈਏ, ਮੰਨ ਲਈਏ। ਬਿਲਕੁਲ। ਆਪਾਂ ਜਿਹਨੂੰ ਕਹਿੰਦੇ ਨੇ ਜਨਰੇਸ਼ਨ ਗੈਪ, ਆਪਾਂ ਹਮੇਸ਼ਾ ਜਨਰੇਸ਼ਨ ਗੈਪ ਨੂੰ ਇੱਦਾਂ ਐਡਰੈਸ ਕਰਦੇ ਹਾਂ ਵੀ ਅਸੀਂ ਅੱਗੇ ਉਹ ਪਿੱਛੇ ਨੇ। ਬਿਲਕੁਲ। ਪਰ ਸੱਚਾਈ ਇਹ ਹੈ ਵੀ ਉਹ ਬਹੁਤ ਮਾਮਲਿਆਂ 'ਚ ਆਪਣੇ ਤੋਂ ਅੱਗੇ ਨੇ, ਆਪਾਂ ਪਿਛੜ ਗਏ ਹਾਂ। ਪਰ ਡਾਕਟਰ ਸਾਹਿਬ ਜੇ ਆਪਾਂ ਸਹੂਲਤਾਂ ਦੀ ਗੱਲ ਕਰੀਏ, ਐਂਜੀਓਗ੍ਰਾਫੀ ਕਰਕੇ ਕਾਰਨ ਲੱਭ ਲੈਂਦੇ ਨੇ, ਜਾਂ ਮੰਨ ਕੇ ਚਲੋ ਬਾਈਪਾਸ ਸਰਜਰੀਆਂ ਨੇ, ਸਟੰਟ ਪੈ ਜਾਂਦੇ ਨੇ, ਇੰਨੀਆਂ ਸਹੂਲਤਾਂ ਹੋਣ ਦੇ ਕਾਰਨ ਵੀ ਵੱਡੀ ਗਿਣਤੀ 'ਚ ਮੌਤਾਂ ਹੋ ਰਹੀਆਂ ਨੇ ਜੀ। ਸਰ ਸਹੂਲਤਾਂ ਜਿਹੜੇ ਸਾਰੇ ਡਾਇਗਨੋਸਟਿਕ ਅਤੇ ਟਰੀਟਮੈਂਟ ਵਾਲੇ ਇੰਸਟਰੂਮੈਂਟਸ ਨੇ ਇਹ ਨਾਲ ਇਵੋਲਵ ਹੋਏ ਨੇ, ਕਹਿ ਲਓ ਰਿਸਪੈਕਟਿਵਲੀ। ਜਿੱਦਾਂ ਆਪਾਂ ਕਹਿੰਦੇ ਨਾ ਵੀ ਲੋੜ ਕਾਢ ਦੀ ਮਾਂ ਹੈ। ਬਿਲਕੁਲ ਠੀਕ ਹੈ। ਕਾਢ ਵੀ ਤਾਂ ਹੀ ਨਿਕਲੀ ਵੀ ਜੇ ਲੋੜ ਪਈ ਤਾਂ। ਠੀਕ ਹੈ। ਹੁਣ ਜਿੱਦਾਂ ਕੋਈ ਕਹਿ ਲਓ ਜ਼ਮੀਨ ਬੰਜਰ ਹੁੰਦੀ ਗਈ ਤਾਂ ਫਿਰ ਲੋੜ ਪਈ ਫਰਟੀਲਾਈਜ਼ਰ ਕੈਮੀਕਲ ਬਣਾਉਣੇ ਪਏ, ਪਰ ਆਪਾਂ ਜੇ ਦੇਖੀਏ ਵੀ ਉਹ ਬੰਜਰ ਕਿਉਂ ਹੋਈ, ਇੱਦਾਂ ਹੀ ਇਹ ਲੋੜਾਂ ਵਧੀਆਂ ਕਿਉਂਕਿ ਬਿਮਾਰੀ ਵਧੀ। ਬਿਲਕੁਲ। ਹੁਣ ਅੱਜ ਕਹਿ ਲਓ ਕਿ ਇਹ ਜਿੱਦਾਂ ਕਿਸੇ ਸਿਆਣੇ ਨੇ ਕਿਹਾ ਵੀ ਤੁਸੀਂ ਪਲੇਗਰਾਊਂਡ ਜ਼ਿਆਦਾ ਬਣਾ ਦਿਓ, ਤੁਹਾਡੇ ਹਸਪੀਟਲ ਬੰਦ ਹੋਣ ਲੱਗ ਜਾਣਗੇ। ਉਹ ਗੱਲ ਸੱਚ ਹੈ। ਬਿਲਕੁਲ ਸਹੀ ਗੱਲ। ਜੇ ਆਪਾਂ ਕਹੀਏ ਵੀ ਪਹਿਲਾਂ ਨਾਲੋਂ ਹਸਪਤਾਲ ਬਹੁਤ ਵੱਧ ਗਏ, ਪ੍ਰਾਈਵੇਟ ਹਸਪਤਾਲ ਵੱਧ ਗਏ, ਸਰਕਾਰੀ ਵੱਧ ਗਏ, ਉਹ ਚਾਹ ਤਕਨੀਕਾਂ ਵੱਧ ਗਈਆਂ, ਐਂਜੀਓਗ੍ਰਾਫੀ ਦੀਆਂ ਮਸ਼ੀਨਾਂ ਵੱਧ ਗਈਆਂ, ਹਾਂਜੀ, ਇਹਨਾਂ ਦੀ ਲੋੜ ਪੈ ਰਹੀ ਹੈ ਤਾਂ ਹੀ ਵੱਧ ਰਹੀਆਂ ਨੇ। ਬਿਲਕੁਲ। ਕਿਤੇ ਨਾ ਕਿਤੇ ਇਹ ਸਾਰਾ ਕੁਝ ਲੋੜ ਨਾਲ ਰਿਲੇਟਿਡ ਹੈ। ਲੋੜ ਕਿਉਂ ਵਧੀ, ਉਹਦੇ ਪਿੱਛੇ ਜੜ ਕੀ ਹੈ, ਜਿਹਨੂੰ ਆਪਾਂ ਪ੍ਰਾਇਮਰੀ ਪ੍ਰੀਵੈਂਸ਼ਨ ਕਹਿੰਦੇ ਹਾਂ ਜੀ। ਤਾਂ ਇਹ ਕਿਉਂ ਕਿਹਾ ਜਾਂਦਾ ਕਿ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ। ਜੇ ਕੋਈ ਹਾਦਸਾ ਰੋਕਿਆ ਜਾ ਸਕੇ ਤਾਂ ਹਾਦਸੇ ਨੂੰ ਮੈਨੇਜ ਕਰਨ ਦੀ ਲੋੜ ਹੀ ਨਾ ਪਵੇ। ਬਿਲਕੁਲ ਸਹੀ ਗੱਲ ਆ। ਤਾਂ ਉਹ ਚੀਜ਼ ਹੈ ਕਿ ਇਹ ਤਾਂ ਮਜਬੂਰੀ ਹੈ ਕਿ ਇਹ ਚੀਜ਼ਾਂ ਵਧਾਉਣੀਆਂ ਪਈਆਂ। ਹੁਣ ਜਿਵੇਂ ਆਪਾਂ ਕਹੀਏ ਮਾਸਕ ਦੀ ਲੋੜ ਪੈ ਗਈ, ਪੋਲਿਊਸ਼ਨ ਵੱਧ ਗਿਆ ਤਾਂ ਪੈ ਗਈ ਜੀ। ਹੁਣ ਇਨਹੇਲਰਸ ਦੀ ਲੋੜ ਵੱਧ ਗਈ, ਐਸਥਮਾ ਕਿਉਂ ਵੱਧ ਗਿਆ, ਪੋਲਿਊਸ਼ਨ ਵੱਧ ਗਿਆ ਤਾਂ ਵੱਧ ਗਈ। ਜਿਹੋ ਜਿਹੇ ਹਾਲਾਤ ਨੇ ਉਹੋ ਜਿਹੀਆਂ ਬਿਮਾਰੀਆਂ ਤੇ ਉਹਦੇ ਜਿਹੜੇ ਕਾਰਨ ਰੋਕਣ ਵਾਲੇ ਬਣਦੇ ਨੇ। ਬਿਲਕੁਲ। ਪਰ ਮੈਂ ਇਹ ਕਹੂੰਗਾ ਵੀ ਇਹ ਸਹੀ ਤਰੀਕਾ ਨਹੀਂ ਹੈ। ਹੁਣ ਕੋਈ ਮੰਨ ਲਓ ਗੰਦੀ ਵੇਲ ਹੈ ਜਿਹੜੀ ਵੱਧਦੀ ਜਾ ਰਹੀ ਹੈ, ਆਪਾਂ ਉਹਦੇ ਪੱਤੇ ਛਾਂਗੀ ਜੀ ਉਹਨੇ ਵਧੀ ਜਾਣਾ। ਬਿਲਕੁਲ। ਉਹ ਸਹੀ ਤਰੀਕਾ ਨਹੀਂ, ਉਹਨੂੰ ਜੜ ਤੋਂ ਪੱਟ ਦਿਓ। ਜੜ ਤੋਂ ਪੱਟਣਾ ਪੈਂਦਾ। ਪੱਤੇ ਛਾਂਗਣ ਦੀ ਲੋੜ ਹੀ, ਤੁਹਾਡੀ ਕਹਿ ਲਓ ਕਿ ਜਿਹੜੀ ਮਿਹਨਤ ਹੈ ਰੁਕ ਜੇਗੀ, ਫਾਲਤੂ ਦਾ ਰਿਸੋਰਸ ਜਿਹੜਾ ਕੰਜ਼ਿਊਮ ਹੋ ਰਿਹਾ ਰੁਕ ਜੇਗਾ। ਹੁਣ ਜਿਵੇਂ ਸਰ ਤੁਸੀਂ ਕੋਈ ਵੀ ਕਿਸੇ ਵੀ ਡਾਇਲਸਿਸ ਸੈਂਟਰ 'ਤੇ ਚਲ ਜਾਓ, ਜੇ ਉੱਥੇ 10 ਡਾਇਲਸਿਸ ਹੋ ਰਹੇ ਨੇ, ਕਿਡਨੀ ਦੀ ਦਿੱਕਤ ਹੈ, ਕਿਡਨੀ ਖਰਾਬ ਹੋ ਗਈ ਹੋ ਰਹੇ ਨੇ, ਹਾਂਜੀ,
10 ਮਰੀਜ਼ਾਂ ਚੋਂ 9 ਮਰੀਜ਼ਾਂ ਦੀ ਕਿਡਨੀ ਸਿਰਫ ਇਸ ਕਰਕੇ ਖਰਾਬ ਹੁੰਦੀ ਹੈ ਕਿ ਉਹਨਾਂ ਦੀ ਬੀਪੀ ਤੇ ਸ਼ੂਗਰ ਦੀ ਦਿੱਕਤ ਅਨਕੰਟਰੋਲਡ ਰਹੀ ਹੈ ਬਹੁਤ ਲੰਬੇ ਟਾਈਮ। ਬਿਲਕੁਲ, ਉਹ ਮੈਨੇਜ ਹੀ ਨਹੀਂ ਹੋਈ। ਹੁਣ ਕਿਸੇ ਡਾਇਲਸਿਸ ਵਾਲੇ ਪਰਿਵਾਰ ਨੂੰ ਪੁੱਛ ਲਓ ਵੀ ਉਹਦਾ ਕਿੰਨਾ ਕੁ ਪੈਸੇ ਦਾ ਨੁਕਸਾਨ ਹੁੰਦਾ ਹੈ ਤੇ ਕਿੰਨੀ ਕੁ ਮਜਬੂਰੀ ਪੈਂਦੀ ਹੈ। ਸਿਹਤ ਇੱਕ ਪਾਸੇ ਤੇ ਨਾਲ ਪੈਸੇ ਦਾ ਵੀ ਕਿੰਨਾ ਬਰਡਨ ਪੈਂਦਾ। ਜੇ ਆਪਾਂ ਟ੍ਰਾਂਸਪਲਾਂਟ ਦੀ ਗੱਲ ਕਰੀਏ ਤਾਂ ਘਰ ਲੱਗਣ ਵਾਲੀ ਗੱਲ ਹੁੰਦੀ ਹੈ। ਔਰ ਦੂਜੇ ਪਾਸੇ ਸਰ ਇਹ ਫਿਰ ਉਹੀ ਇਹ ਟਾਹਣੀਆਂ ਛੰਗਣ ਵਾਲੀ ਗੱਲ ਹੈ। ਹਾਂ, ਜੜ ਕੀ ਹੈ, ਜੇ ਆਪਾਂ ਅਵੇਅਰ ਕਰ ਦਈਏ ਤੇ ਸ਼ੂਗਰ ਕੰਟਰੋਲ ਕਰ ਲਈਏ, ਮੈਂ ਕਹਿੰਦਾ 80-90 ਸਾਲ ਤੱਕ ਵੀ ਕਿਸੇ ਨੂੰ ਡਾਇਲਸਿਸ ਦੀ ਲੋੜ ਹੀ ਨਹੀਂ ਪਏਗੀ। ਕਿਸੇ ਨੂੰ ਇਹ ਹੋਊਗੀ ਪ੍ਰਾਇਮਰੀ ਪ੍ਰੀਵੈਂਸ਼ਨ। ਉਸ ਤੋਂ ਵੀ ਪਿੱਛੇ ਚੱਲ ਜਾਂਦਾ ਹੈ ਵੀ ਜੇ ਆਪਾਂ ਜੀਵਨ ਜਾਂਚ ਹੀ ਸਹੀ ਕਰ ਲਈਏ ਫਿਰ ਸ਼ੂਗਰ ਬੀਪੀ ਹੋਏਗਾ ਹੀ ਨਹੀਂ। ਪਰ ਡਾਕਟਰ ਸਾਹਿਬ ਜੇ ਤੁਸੀਂ ਲੈਵਲ ਦੇਖੋ ਨਾ ਜੀ, ਇੱਕ ਲੈਵਲ ਹੋ ਗਿਆ ਵੀ ਸ਼ੂਗਰ ਬੀਪੀ ਹੀ ਨਾ ਹੋਵੇ ਵੀ ਜੀਵਨ ਜਾਂਚ ਵਧੀਆ ਹੋਵੇ, ਤੇ ਵੱਡੇ ਰੋਗਾਂ ਲਈ ਤਾਂ ਬੰਦਾ ਜਾਂਦਾ ਹੀ ਨਹੀਂ। ਅੱਗੇ ਫਿਰ ਜਦੋਂ ਇਹ ਹੋ ਗਏ, ਹੁਣ ਅੱਜ ਆਪਾਂ ਇਸ ਸਥਿਤੀ ਤੇ ਪਹੁੰਚ ਗਏ ਕਿ ਫੈਲੀ ਬਹੁਤ ਪਈ ਹੈ, ਫਿਰ ਆਪਾਂ ਗੱਲ ਕਰਦੇ ਹਾਂ ਕਿ ਚਲੋ ਜੇ ਹੋ ਗਈ ਤਾਂ ਉਹਨੂੰ ਜਲਦੀ ਕੈਚ ਕਰ ਲਈਏ। ਬਿਲਕੁਲ, ਇਸ ਤੋਂ ਪਹਿਲਾਂ ਕਿ ਉਸ ਸਰੀਰ ਦਾ ਨੁਕਸਾਨ ਕਰ ਜੇ। ਵੀ ਠੀਕ ਹੈ ਸ਼ੂਗਰ ਅੰਦਰ ਪਈ ਰਹੀ, ਕਿਸੇ ਦੇ 3 ਸਾਲ ਕੰਟਰੋਲ ਨਹੀਂ ਕੀਤੀ ਤਾਂ ਉਹਨੇ ਗੁਰਦੇ ਖਰਾਬ ਕਰਤੇ। ਸਭ ਤੋਂ ਵਧੀਆ ਗੱਲ ਹੈ ਵੀ ਪਹਿਲੀ ਤਾਂ ਗੱਲ ਹੋਵੇ ਨਾ ਜੀਵਨ ਜਾਂਚ ਵਧੀਆ ਹੋਵੇ। ਦੂਜਾ ਜੇ ਹੋ ਗਈ ਤਾਂ ਉਹਨੂੰ ਜਲਦੀ ਕੈਚ ਕਰ ਲਈਏ ਤਾਂ ਕਿ ਉਹ ਨੁਕਸਾਨ ਇੰਨਾ ਨਾ ਕਰ ਸਕੇ। ਆਪਾਂ ਕਿੱਥੇ ਐਕਟ ਕਰ ਰਹੇ ਹਾਂ ਤੀਜੇ ਲੈਵਲ ਤੇ ਜਾ ਕੇ, ਜਦੋਂ ਆਰਗਨ ਵੀ ਖਰਾਬ ਹੋ ਗਿਆ। ਬਿਲਕੁਲ, ਉਹ ਕੋਈ ਸਮਝਦਾਰੀ ਵਾਲੀ ਗੱਲ ਨਹੀਂ। ਜਿੱਥੇ ਡਾਕਟਰਾਂ ਦੇ ਹੱਥ ਖੜੇ ਹੋ ਜਾਂਦੇ ਨੇ ਉੱਥੇ ਜਾ ਕੇ ਕਹਿੰਦੇ ਵੀ ਸਾਡਾ ਮਰੀਜ਼, ਜਿਵੇਂ ਕਹਿੰਦੇ ਡਾਕਟਰ ਕੋਲੇ ਮਰੇ ਨੂੰ ਲੈ ਕੇ ਜਾਂਦੇ ਨੇ। ਵੈਰੀ ਰਾਈਟ। ਡਾਕਟਰ ਸਾਹਿਬ ਇੱਕ ਇਹ ਵੀ ਮੈਂ ਤੁਹਾਡੇ ਨਾਲ ਸਹਿਮਤ ਹਾਂ, ਜਿੱਥੇ ਦਵਾਈ ਕੰਮ ਕਰਦੀ ਆ, ਤੁਸੀਂ ਵੀ ਸਰਜਰੀ ਕਰਦੇ ਹੋ, ਡਾਕਟਰ ਦੀ ਜਿਹੜੀ ਪਹਿਲੇ ਨਿਯਮ ਹੁੰਦੇ ਨੇ ਡਾਕਟਰੀ ਦੇ, ਹੈ ਨਾ, ਤੁਹਾਨੂੰ ਕੀ ਲੱਗਦਾ ਵੀ ਜਿਹੜੀ ਮੋਰਲ ਸਪੋਰਟ ਆ ਮਰੀਜ਼ ਨੂੰ ਕਿੰਨਾ ਕੁ ਤੰਦਰੁਸਤ ਕਰ ਦਿੰਦੀ ਹੈ, ਜਾਂ ਤੁਹਾਨੂੰ ਕੀ ਲੱਗਦਾ ਵੀ ਕਿੰਨਾ ਕੁ ਫਰਕ ਪਾਉਂਦੀ ਹੈ? ਸਰ ਬਹੁਤ ਜ਼ਿਆਦਾ ਫਰਕ ਪਾਉਂਦੀ ਹੈ। ਇਹ ਸਾਰਾ ਸਿਸਟਮ ਹੀ ਟਰਸਟ ਤੇ ਖੜਾ ਤੇ ਕਹਿ ਲਓ ਵੀ ਬਦਨਸੀਬੀ ਦੀ ਗੱਲ ਹੈ ਥੋੜ੍ਹੀ ਜਿਹੀ, ਜਿਸ 'ਚ ਮਲਟੀਪਲ ਫੈਕਟਰ ਨੇ ਕਿ ਟਰਸਟ ਬਹੁਤ ਘਟ ਗਿਆ, ਬੇਵਿਸ਼ਵਾਸੀ ਬਹੁਤ ਹੋ ਗਈ ਹੈ ਡਾਕਟਰਾਂ ਪਹਿਲਾਂ ਨਾਲੋਂ। ਡਾਕਟਰਾਂ ਦੀ ਵੀ, ਮਰੀਜ਼ਾਂ ਦੀ ਵੀ ਜੀ, ਸਾਰਾ ਕੁਝ ਜੁੜਿਆ ਹੋਇਆ। ਬਿਲਕੁਲ, ਤਾਣਾ ਬਾਣਾ ਸਾਰਾ ਬੁਣਿਆ ਹੋਇਆ, ਆਪਸ 'ਚ ਉਲਝਿਆ ਹੋਇਆ, ਚੇਨ ਹੈ। ਕਿਉਂਕਿ ਸਰ ਟਰਸਟ ਵਨ ਸਾਈਡਡ ਟ੍ਰੈਫਿਕ ਨਹੀਂ ਹੋ ਸਕਦਾ। ਜੇ ਮੈਂ ਤੁਹਾਡੇ 'ਚ ਆਪਦਾ ਟਰਸਟ ਬਿਸਟੋ ਕਰਾਂਗਾ, ਤੁਹਾਡੇ 'ਚ ਪਲੇਸ ਕਰਾਂਗਾ ਆਪਦਾ ਟਰਸਟ, ਤਾਂ ਤੁਸੀਂ ਮੇਰੇ 'ਤੇ ਟਰਸਟ ਕਰੋਗੇ। ਬਿਲਕੁਲ ਠੀਕ। ਤਾਂ ਇਟ ਇਜ਼ ਵਾਈਸ ਵਰਸਾ ਜੀ। ਠੀਕ ਹੈ, ਇੱਦਾਂ ਹੀ ਹੈ ਕਿ ਪਹਿਲਾਂ ਤੁਸੀਂ ਨੋਟ ਕੀਤਾ ਹੋਏਗਾ ਵੀ ਡਾਕਟਰ 'ਤੇ ਪੂਰਾ 100% ਵਿਸ਼ਵਾਸ ਕਰਦੇ ਸੀ। ਜੇ ਡਾਕਟਰ ਨੂੰ ਰੱਬ ਦਾ ਰੁਤਬਾ ਦਿੱਤਾ ਤਾਂ ਪਹਿਲਾਂ ਉਹਦੇ ਯਕੀਨ ਉਹਨਾਂ ਹੁੰਦਾ ਹੀ ਸੀ। ਮਤਲਬ ਸਰ ਮੈਂ ਜਿਹੜੀ ਗੱਲ ਕਹਿ ਰਿਹਾ ਕਿ ਉਸ 'ਚ ਜੋ ਤੁਸੀਂ ਟਰੀਟਮੈਂਟ ਦਿੱਤਾ, ਮਰੀਜ਼ 100% ਵਿਸ਼ਵਾਸ ਨਾਲ ਉਹਨੂੰ ਲੈਂਦਾ ਹੈ, ਸ਼ਿੱਦਤ ਨਾਲ ਲੈਂਦਾ ਹੈ, ਅਤੇ ਉਹਦੇ 'ਚ ਇੱਕ ਸਿੰਸੀਅਰਿਟੀ ਨਾਲ ਉਹਨੂੰ ਫੋਲੋ ਕਰਦਾ ਅਤੇ ਉਹਦਾ ਰਿਜ਼ਲਟ ਹੀ ਅਲੱਗ ਆਉਂਦਾ। ਤੁਸੀਂ ਕੋਈ ਟਰੀਟਮੈਂਟ ਬੇਵਿਸ਼ਵਾਸੀ ਨਾਲ ਲਓ ਵੀ ਹਾਂ ਸ਼ਾਇਦ ਮੈਨੂੰ ਇਹ ਗਲਤ ਦੇਤਾ ਹੋਣਾ, ਇਹਦੇ 'ਚ ਕਿਸੇ ਦੀ ਗਲਤ ਭਾਵਨਾ ਹੋਣੀ ਹੈ, ਅਤੇ ਜਿੱਦਾਂ ਆਪਾਂ ਕਹਿੰਦੇ ਹਾਂ ਨਾ ਸਰ, ਬਹੁਤੇ ਘਰਾਂ ਦਾ ਪ੍ਰਾਹੁਣਾ ਭੁੱਖਾ ਰਹਿ ਜਾਂਦਾ। ਹਾਂ ਬਿਲਕੁਲ, ਵਿੰਡੋ ਸ਼ਾਪਿੰਗ ਬਹੁਤ ਜ਼ਿਆਦਾ ਵੱਧ ਗਈ ਹੈ, ਖਾਸ ਕਰਕੇ ਆਪਣੇ ਇੰਡੀਆ 'ਚ। US ਕੈਨੇਡਾ 'ਚ ਸਪੈਸ਼ਲਿਸਟ ਦੀ ਜਿਹੜੀ ਪ੍ਰਿਸਕ੍ਰਿਪਸ਼ਨ ਹੈ, ਉਹਦੀ ਵੈਲਿਊ ਅਤੇ ਉਹਦੀ ਵੇਟੇਜ ਹੀ ਕਹਿ ਲਓ, ਉਹਦੇ ਵੇਟਿੰਗ ਪੀਰੀਅਡ ਹੀ 8-8 ਮਹੀਨੇ ਦਾ, 6-6 ਮਹੀਨੇ ਦਾ। ਬਿਲਕੁਲ ਸਹੀ ਗੱਲ। ਆਪਣੇ ਅਗਰ ਈਜ਼ੀਲੀ ਅਵੇਲੇਬਲ ਹੈ, ਉਹ ਆਪਣੇ ਹੈਲਥ ਕੇਅਰ ਸਿਸਟਮ ਦਾ ਬਹੁਤ ਪੋਜ਼ੀਟਿਵ ਪੁਆਇੰਟ ਹੈ, ਪਰ ਆਪਾਂ ਉਹਨੂੰ ਵੈਲਿਊ ਨਾ ਕਰਕੇ ਰੈਦਰ ਆਪਾਂ ਸੋਚਦੇ ਹਾਂ ਕਿ ਜਿਹੜੀ ਚੀਜ਼ ਈਜ਼ੀਲੀ ਮਿਲ ਗਈ ਨਾ, ਹਾਂ ਉਹਦੀ ਕਦਰ ਵੀ ਘੱਟਦੀ ਹੈ। ਉਹਦੀ ਕਦਰ ਨਹੀਂ। ਆਪਾਂ ਵਿੰਡੋ ਸ਼ਾਪਿੰਗ ਨਾਲ ਜਾਂਦੇ ਹਾਂ ਕਿ ਹਾਂ ਯਾਰ ਅੱਜ ਇੱਕ ਸਪੈਸ਼ਲਿਸਟ ਨੂੰ ਇੱਥੇ ਦਿਖਾ ਲਿਆ, ਇੱਕ ਨੂੰ ਸਰਕਾਰੀ 'ਚ ਦਿਖਾ ਲਿਆ, ਇੱਕ ਨੂੰ ਪ੍ਰਾਈਵੇਟ ਦਿਖਾ ਲਿਆ, ਇੱਕ ਆਪਾਂ PGI ਵੀ ਜਿਹੜਾ ਮਾਰ ਆਈਏ ਜੀ। ਉਹ 'ਚ ਗਲਤ ਕੁਛ ਨਹੀਂ। ਮੈਂ ਇਹ ਕਹਿਣਾ ਚਾਹੂੰਗਾ ਵੀ ਇਹਦਾ ਹੱਲ ਇਹ ਹੈ ਵੀ ਉਹ 'ਚੋਂ ਕਿਤੇ ਇੱਕ ਮਨ ਟਕਾ ਲਓ ਅਤੇ ਇੱਕ ਜਗ੍ਹਾ 'ਤੇ ਆਪਦਾ ਟਰੀਟਮੈਂਟ ਫੋਲੋ ਕਰੋ। ਬਿਲਕੁਲ, ਕਿਉਂਕਿ ਜਿੱਦਾਂ ਕੋਈ ਸ਼ਿਲਪਕਾਰ ਆਪਦੀ ਮੂਰਤੀ ਨੂੰ ਕਦੀ ਖਰਾਬ ਨਹੀਂ ਕਰਨਾ ਚਾਹੇਗਾ, ਕੋਈ ਪੇਂਟਰ ਆਪਦੀ ਪੇਂਟਿੰਗ ਨੂੰ ਆਪ ਕਦੀ ਖਰਾਬ ਨਹੀਂ ਕਰਨਾ ਚਾਹੇਗਾ, ਇੱਦਾਂ ਹੀ ਕੋਈ ਡਾਕਟਰ ਇਮੇਜ ਆਪਦੀ ਉਹਦੀ। ਹਾਂ, ਡਾਕਟਰ ਜਿਹਨੇ ਉਹ ਚੀਜ਼ ਸਿੱਖੀ ਹੈ, ਉਹਦਾ ਉਹ ਪੇਸ਼ਾ ਹੈ, ਉਹਦਾ ਉਹ ਰੋਜ਼ੀ ਰੋਟੀ, ਉਹ ਆਪਦਾ ਮਰੀਜ਼ ਕਦੀ ਆਪ ਨਹੀਂ ਖਰਾਬ ਕਰਨਾ ਚਾਹੇਗਾ। ਬਿਲਕੁਲ। ਅਤੇ ਜੇ ਗੱਲ ਕਰੀਏ ਪਰਫੈਕਟ ਤਾਂ ਸਿਰਫ ਪਰਮਾਤਮਾ ਹੀ ਹੈ। ਬਿਲਕੁਲ, ਅਨਇੰਟੈਂਸ਼ਨਲੀ ਬਿਨਾਂ ਜਾਣ ਬੁੱਝ ਕੇ ਗਲਤੀ ਕੋਈ ਵੀ ਨਹੀਂ ਕਰਦਾ। ਦਵਾਈ ਨਾਲ ਦਵਾ ਕੰਮ ਕਰਦੀ ਹੈ। ਹਾਂਜੀ ਬਿਲਕੁਲ ਬਿਲਕੁਲ। ਪਰ ਡਾਕਟਰ ਸਾਹਿਬ ਜੇ ਆਪਾਂ ਗੱਲ ਕਰੀਏ ਹੋਰ ਬਹੁਤ ਕਾਰਨ ਬਣ ਜਾਂਦੇ ਨੇ ਬਿਮਾਰੀਆਂ ਦੇ, ਹੈ ਨਾ। ਜੇ ਆਪਾਂ ਸਿਹਤ ਦੀ ਗੱਲ ਕਰੀਏ, ਜਿਵੇਂ ਕਹਿੰਦੇ ਆ ਵੀ ਕਿਡਨੀ ਦੇ ਨਾਲ ਦਿਲ ਦੇ ਰੋਗ ਨੇ, ਜਾਂ ਇੱਕ ਦੂਜੇ ਨਾਲ ਰਲੇ ਹੋਏ ਨੇ ਰੋਗ, ਸੰਬੰਧਿਤ ਨੇ। ਬਿਲਕੁਲ। ਅਤੇ ਜੇ ਇਹਨਾਂ ਦੇ ਦਵਾਈਆਂ ਦੇ ਨਾਲ ਨਾਲ ਘਰੇਲੂ ਨੁਸਖੇ ਤੁਹਾਨੂੰ ਕੀ ਲੱਗਦਾ ਵੀ ਕਿੰਨੇ ਕੁ ਕਾਰਨ ਨੇ, ਜਾਂ ਐਕਸਰਸਾਈਜ਼ ਕਿੰਨਾ ਕੁ ਇਫੈਕਟ ਕਰਦੀ ਆ? ਬਹੁਤ ਇਫੈਕਟ ਕਰਦੀ ਹੈ ਸਰ, ਇਹ ਸਾਰਾ ਕੁਝ ਜੁੜਿਆ ਹੋਇਆ। ਇਹ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਮਲਟੀ ਫੈਕਟੋਰੀਅਲ ਹੈ। ਹੁਣ ਜਿੱਥੇ ਜੋ ਕੰਮ ਸਿਰਫ ਸਾਲਟ ਰਿਡਕਸ਼ਨ ਨਾਲ, ਵੀ ਆਪਾਂ ਨਮਕ ਖਾਈਏ ਘੱਟ, ਸੋਡੀਅਮ ਅੰਦਰ ਘੱਟ ਜਾਵੇ ਜੀ, ਉਹਦੇ ਨਾਲ ਜੋ ਚੀਜ਼ ਹੱਲ ਹੋ ਰਹੀ ਹੈ, ਉਹਦੇ 'ਚ ਆਪਾਂ ਨੂੰ ਉਹ ਦਵਾਈਆਂ ਜਿਹੜੀਆਂ ਸਰੀਰ 'ਚੋਂ ਸੋਡੀਅਮ ਨੂੰ ਪਿਸ਼ਾਬ ਦੇ ਰਸਤੇ ਕੱਢਦੀਆਂ, ਕਿਡਨੀ 'ਤੇ ਐਕਟ ਕਰਦੀਆਂ, ਕਿਡਨੀ 'ਤੇ ਕੰਮ ਕਰਦੀਆਂ, ਅਤੇ ਆਪਾਂ ਕਹਿੰਦੇ ਹਾਂ ਵੀ ਸਰੀਰ 'ਚੋਂ ਸੋਡੀਅਮ ਘੱਟ ਕਰ ਦਿੰਦੀਆਂ, ਉਹ ਦਵਾਈ ਦੀ ਲੋੜ ਹੀ ਨਹੀਂ ਪਏਗੀ ਜੀ। ਬਿਲਕੁਲ। ਵਾਟਰ ਰਿਸਟ੍ਰਿਕਸ਼ਨ ਜਾਂ ਵਾਟਰ ਇਨਟੇਕ ਜਿੰਨੀ ਚਾਹੀਦੀ ਹੈ ਉਨੀ ਕਰ ਲਈਏ ਤਾਂ ਦਵਾਈ ਦੀ ਉਨੀ ਲੋੜ ਹੀ ਨਹੀਂ ਪਏਗੀ। ਠੀਕ ਹੈ। ਹੁਣ ਇੱਕ ਪਾਸੇ ਆਪਾਂ ਕੋਲੈਸਟਰੋਲ ਘਟਾਉਣ ਵਾਲੀ ਦਵਾਈ ਖਾਂਦੇ ਹਾਂ, ਠੀਕ ਹੈ, ਮੋਟਾਪਾ ਘਟਾਉਂਦੇ ਨਹੀਂ, ਆਪਾਂ ਨੂੰ ਸੌਖਾ ਲੱਗਦਾ, ਰਾਤ ਨੂੰ ਇੱਕ ਗੋਲੀ ਖਾਧੀ ਆਪਣਾ ਕੰਮ ਸੌਖਾ। ਸਾਡੇ ਕੋਲ ਸਰ
ਆਏ ਦਿਨ ਰਿਪੋਰਟਾਂ ਆਉਂਦੀਆਂ ਕਿ ਠੀਕ ਹੈ 200 ਕੋਲੈਸਟਰੋਲ ਹੈ, ਮਰੀਜ਼ ਕਹੇਗਾ ਵੀ ਮੈਂ ਆਪਦਾ ਲਾਈਫ ਸਟਾਈਲ ਨਹੀਂ ਚੇਂਜ ਕਰ ਸਕਦਾ, ਮੇਰੀ ਆਹ ਮਜਬੂਰੀਆਂ, ਮੇਰਾ ਆਹ ਬਿਜ਼ੀ ਹੈਗਾ ਸ਼ਡਿਊਲ, ਮੈਨੂੰ ਗੋਲੀ ਦੱਸ ਦਿਓ ਮੇਰਾ ਕੋਲੈਸਟਰੋਲ ਠੀਕ ਰਹੇ। ਹਾਂ ਬਿਲਕੁਲ। ਮਤਲਬ ਤੁਸੀਂ ਇਹ ਦੇਖੋ ਵੀ ਆਪਣੀ ਅਪਰੋਚ ਕੀ ਹੋ ਗਈ ਹੈ ਵੀ ਜਿਹੜਾ ਕੰਮ ਆਪਾਂ ਆਪਣੀ ਇਨਟੇਕ ਨੂੰ ਠੀਕ ਕਰਕੇ, ਆਪਣੀ ਜੀਵਨ ਜਾਂਚ ਨੂੰ ਠੀਕ ਕਰਕੇ ਕਰ ਸਕਦੇ ਹਾਂ, ਆਪਾਂ ਆਪ ਹੀ ਉਹ ਕਰਨਾ ਨਹੀਂ ਚਾਹੁੰਦੇ। ਬਿਲਕੁਲ। ਆਪਾਂ ਨੂੰ ਆਲਸ ਕਹਿ ਲਓ ਘੇਰ ਗਿਆ, ਜਾਂ ਆਪਣਾ ਡਿਸਿਪਲਿਨ ਲਾਈਫ ਦਾ ਘਟ ਗਿਆ, ਆਪਾਂ ਗੋਲੀ ਨਾਲ ਉਹ ਕੰਮ ਚਲਾਉਣਾ ਚਾਹੁੰਦੇ ਹਾਂ। ਪਰ ਗੋਲੀ ਕਦੀ ਵੀ ਉਸ ਚੀਜ਼ ਦਾ ਸਬਸਟੀਟਿਊਟ ਹੈ ਭਲਾ ਜੀ? ਵੀ ਆਪਣਾ ਖਾਣ ਪੀਣ ਗਲਤ ਰਵੇ, ਆਪਣਾ ਸੌਣਾ ਉੱਠਣਾ ਗਲਤ ਰਵੇ, ਆਪਾਂ ਫਿਜ਼ੀਕਲ ਐਕਟੀਵਿਟੀ ਕਰੀਏ ਨਾ ਤੇ ਆਪਾਂ ਕਹੀਏ ਵੀ ਮੈਂ ਤਾਂ ਕੋਲੈਸਟਰੋਲ ਦੀ ਗੋਲੀ ਖਾ ਲੈਣਾ ਵੀ ਓਕੇ ਆ ਕੰਮ। ਬਿਲਕੁਲ ਸਹੀ ਗੱਲ, ਇਹ ਹੋ ਹੀ ਨਹੀਂ ਸਕਦਾ। ਡਾਕਟਰ ਸਾਹਿਬ ਜੇ ਆਪਾਂ ਗੱਲ ਕਰੀਏ ਵੀ ਐਕਸਰਸਾਈਜ਼ ਤਾਂ ਚਲੋ ਮੰਨਦੇ ਆ, ਕਈ ਬੰਦੇ ਨਸ਼ੇ ਦਾ ਸੇਵਨ ਕਰਦੇ ਨੇ, ਕਹਿ ਦਿੰਦੇ ਨੇ ਵੀ ਮੇਰਾ ਜੀ ਇੱਕ ਪਾਸਾ ਖੜ ਗਿਆ ਤੇ ਮੈਂ ਓਪੀਐਮ ਜਾਂ ਫੀਮ ਦੀ ਜ਼ਿਆਦਾ ਮੈਂ ਵਰਤੋਂ ਕਰਨ ਲੱਗ ਗਿਆ। ਤੁਹਾਨੂੰ ਲੱਗਦਾ ਵੀ ਅਫੀਮ ਜਿਹੜੀ ਉਹ ਕਿਤੇ ਨਾ ਕਿਤੇ ਤੁਹਾਡੇ ਦਿਲ ਦੇ ਰੋਗਾਂ ਨੂੰ ਕਿਤੇ ਰਾਹਤ ਪਹੁੰਚਾਉਂਦੀ ਆ? ਇਹ ਸਰ ਮੈਨੂੰ ਹਾਸਾ ਆ ਗਿਆ ਇਸ ਗੱਲ 'ਤੇ, ਕਿਉਂਕਿ ਰੋਜ਼ ਅਸੀਂ ਇਹ ਫੇਸ ਕਰਦੇ ਹਾਂ। ਪੇਸ਼ੈਂਟਸ ਜਦੋਂ ਕੋਈ ਇੱਕਦਮ ਸਟ੍ਰੈਸ ਆਉਂਦਾ ਬੋਡੀ 'ਤੇ, ਠੀਕ ਹੈ, ਓਬਵੀਅਸਲੀ ਚੈਸਟ ਪੇਨ ਆਈ ਬਹੁਤ ਵੱਡਾ ਸਟ੍ਰੈਸ ਹੈ ਜੀ। ਇੱਦਾਂ ਹੀ ਕੋਈ ਵੀ ਸਟ੍ਰੈਸ, ਮੰਨ ਲਓ ਟਰਾਮਾ ਹੋ ਗਿਆ, ਕਿਤੇ ਐਕਸੀਡੈਂਟ ਹੋ ਗਿਆ, ਤੁਸੀਂ ਕਦੀ ਸਿਚੁਏਸ਼ਨ ਫੇਸ ਕੀਤੀ ਹੋਣੀ ਹੈ, ਹਰ ਬੰਦਾ ਕਰਦਾ ਹੈ, ਕਿਸੇ ਨਾਲ ਝੜਪ ਹੋ ਗਈ ਨਾਲ ਹੀ ਆਪਣੀ ਦਿਲ ਦੀ ਧੜਕਨ ਵੱਧ ਜਾਂਦੀ ਹੈ। ਬਿਲਕੁਲ। ਜਿਹੜੀ ਇਸ ਵੇਲੇ 70 ਹੈ 60 ਹੈ ਉਹ ਸਿੱਧਾ 140 150 ਤੇ ਪਹੁੰਚ ਜਾਏਗੀ ਜੀ, ਕਿਉਂਕਿ ਉਹ ਕੀ ਹੈ, ਆਪਣੇ ਸਟ੍ਰੈਸ ਆ ਗਿਆ, ਐਂਗਜ਼ਾਈਟੀ ਆ ਗਈ, ਤਣਾਅ ਆ ਗਿਆ। ਇੱਦਾਂ ਹੀ ਇਹ ਤਣਾਅ ਭਾਵੇਂ ਬ੍ਰੇਨ ਦਾ ਅਟੈਕ ਆਉਂਦਾ, ਜਦੋਂ ਭਾਵੇਂ ਹਾਰਟ ਦਾ ਅਟੈਕ ਆਉਂਦਾ ਹੈ, ਇਹਨੂੰ ਸਿੰਪੈਥੈਟਿਕ ਐਕਟੀਵੇਸ਼ਨ ਕਹਿੰਦੇ ਮੈਡੀਕਲ ਭਾਸ਼ਾ। ਸਿੰਪਲ ਭਾਸ਼ਾ ਕਹਿਣਾ ਹੋਏ ਤਾਂ ਤਣਾਅ ਬਹੁਤ ਜ਼ਿਆਦਾ ਵੱਧ ਜਾਂਦਾ ਜੀ, ਉਹਦੇ ਕਰਕੇ ਹਾਰਟ 'ਤੇ ਹੋਰ ਜ਼ਿਆਦਾ ਸਟ੍ਰੈਸ ਆਉਂਦਾ ਹੈ। ਬਿਲਕੁਲ। ਇਹਦੇ ਲਈ ਹੁਣ ਮੈਡੀਕਲ ਸਾਇੰਸ 'ਚ ਵੀ ਮੋਰਫਿਨ ਦੱਸੀ ਗਈ ਹੈ ਜੀ, ਠੀਕ ਹੈ। ਇੱਦਾਂ ਹੀ ਵਰਲਡ ਵਾਰ 2 'ਚ 1 'ਚ ਜਦੋਂ ਕਹਿ ਲਓ ਕਿ ਗੋਲੀ ਵੱਜਦੀ ਸੀ ਕਿਸੇ ਦੇ ਲੱਤ 'ਚ ਵੱਜ ਗਈ ਤਾਂ ਉਹ ਸਿੱਧਾ ਮੋਰਫਿਨ ਦਾ ਇੰਜੈਕਸ਼ਨ ਲਾ ਲੈਂਦੇ ਸੀ ਫੌਜੀ। ਇਹ ਤਾਂ ਹੈ ਨਹੀਂ ਕਿ ਹੁਣ ਉਹਦੇ ਨਾਲ ਜ਼ਖਮ ਭਰ ਗਿਆ ਤੇ ਲੱਤ ਜਿਹੜੀ ਟੁੱਟੀ ਹੈ ਉਹ ਠੀਕ ਹੋ ਗਈ, ਉਹਨੂੰ ਮਹਿਸੂਸ ਨਹੀਂ ਹੋ ਰਹੀ। ਓਕੇ, ਮਤਲਬ ਦਿਮਾਗ ਨੂੰ, ਹਾਂ ਉਹਨੇ ਦਿਮਾਗ ਨੂੰ ਸੁੰਨ ਕਰਤਾ ਤੇ ਜਿਹੜੀ ਉਹਦਾ ਅੱਗੇ ਨੁਕਸਾਨ ਹੋਣਾ ਸੀਗਾ ਬੇਚੈਨੀ ਕਰਕੇ, ਬਿਲਕੁਲ, ਤੇ ਘਬਰਾਹਟ ਕਰਕੇ, ਠੀਕ ਹੈ, ਉਹ ਰੁਕ ਗਿਆ। ਹੁਣ ਠੀਕ ਹੈ, ਕਿਸੇ ਦੇ ਸੱਪ ਲੜ ਜਾਂਦਾ, ਉਹ ਬੰਦਾ ਘਬਰਾਹਟ ਨਾਲ ਜਲਦੀ ਮਰਦਾ ਕਿਉਂਕਿ ਖੂਨ ਦਾ ਦੌਰਾ ਡਬਲ ਹੋ ਗਿਆ, ਉੱਥੋਂ ਜ਼ਹਿਰ ਜਲਦੀ ਚੜ੍ਹਦਾ। ਤਾਂ ਉਹਨੂੰ ਹੁਣ ਮੰਨ ਲਓ ਜੇ ਤੁਸੀਂ ਕੋਈ ਦਵਾਈ ਐਵੇਂ ਦੀ ਦਿੱਤੀ ਜਿਹਦੇ ਨਾਲ ਘਬਰਾਹਟ ਘਟ ਜੇ ਜੀ, ਤਾਂ ਉਹਦਾ ਬੈਨੀਫਿਟ ਕਰੇਗੀ। ਪਰ ਇਹ ਸਮਝਣਾ ਜ਼ਰੂਰੀ ਹੈ ਕਿ ਉਹ ਉਹਦੀ ਜੜ੍ਹ ਤੇ ਐਕਟ ਨਹੀਂ ਕਰ ਰਹੀ ਜੀ, ਉਹ ਸਿਰਫ ਉਹਦੀ ਆਪਾਂ ਜੋ ਮਹਿਸੂਸ ਕਰ ਰਹੇ ਹਾਂ, ਠੀਕ ਹੈ ਜੀ, ਆਪਣੀ ਘਬਰਾਹਟ ਨੂੰ ਘਟਾ ਰਹੀ ਹੈ। ਉਹ ਆਪਾਂ ਨੂੰ ਟਾਈਮ ਦੇ ਦਿੰਦੀ ਹੈ ਕਿ ਹਾਂ ਮਰੀਜ਼ ਹਸਪਤਾਲ ਤੱਕ ਪਹੁੰਚ ਸਕਦਾ ਜੀ, ਠੀਕ ਹੈ, ਟ੍ਰੀਟਮੈਂਟ ਲੈ ਸਕਦਾ। ਫਿਰ ਗੱਲ ਇਹ ਹੈ ਸਰ ਕਿ ਮੈਡੀਕਲ ਸਾਇੰਸ 'ਚ ਤਾਂ ਇਹ ਚੀਜ਼ਾਂ ਸਾਰੀਆਂ ਨਾਪੀਆਂ ਤੋਲੀਆਂ ਨੇ, ਕਿੰਨੇ ਮਿਲੀਗ੍ਰਾਮ ਕੀ ਦੇਣਾ। ਘਰੇ ਜਿੱਦਾਂ ਕੋਈ ਘਬਰਾਹਟ 'ਚ ਲੈ ਲੈਂਦਾ, ਉਹ ਗੱਲ ਦੂਜੇ ਪਾਸੇ ਵੀ ਚੱਲ ਜਾਂਦੀ ਜੀ। ਹਾਂ ਬਿਲਕੁਲ, ਠੀਕ ਹੈ, ਕਿਉਂਕਿ ਜਿੰਨੇ ਓਪੀਓਇਡ ਨੇ, ਠੀਕ ਹੈ, ਮੋਰਫੀਨ, ਭੁੱਕੀ, ਫੀਮ, ਇਹ ਸਾਰੇ ਰੈਸਪੀਰੇਟਰੀ ਡਿਪਰੈਸ਼ਨ ਕਰਦੇ ਆ, ਸਾਹ ਨੂੰ ਡਿਪਰੈਸ ਕਰਦੇ ਆ। ਅਸੀਂ ਇੱਦਾਂ ਦੇ ਪੇਸ਼ੈਂਟ ਬਹੁਤ ਦੇਖਦੇ ਹਾਂ ਅਟੈਕ ਨਾਲ ਆਏ, ਬ੍ਰੇਨ ਦੇ ਅਟੈਕ ਨਾਲ, ਹਾਰਟ ਦੇ ਅਟੈਕ ਨਾਲ, ਜਿਨ੍ਹਾਂ ਦਾ ਸਾਹ ਵੀ ਬੜਾ ਔਖਾ ਹੋਇਆ ਸੀਗਾ। ਤੇ ਕਈ ਵਾਰੀ ਸਾਡੀ ਜਾਂਚ ਤੋਂ ਬਾਅਦ ਉਹ ਚੀਜ਼ ਫਿੱਟ ਨਹੀਂ ਬੈਠ ਰਹੀ ਹੁੰਦੀ, ਅਸੀਂ ਘਰਦਿਆਂ ਨੂੰ ਪੁੱਛਦੇ ਹਾਂ ਵੀ ਹੋਰ ਤਾਂ ਨਹੀਂ ਕੁਝ ਹੋਇਆ, ਵੀ ਸਾਹ ਦੀ ਨਹੀਂ ਜਿਹੜੀ ਇੰਨੀ ਜ਼ਿਆਦਾ ਦਿੱਕਤ ਹੈ, ਉਦੋਂ ਪਤਾ ਲੱਗਦਾ ਕਿ ਨਾਲ ਫੀਮ ਵੀ ਦਿੱਤੀ ਹੋਈ ਹੈ। ਤਾਂ ਇਹ ਬੜਾ ਸੈਂਸਿਟਿਵ ਜਿਹਾ ਮੁੱਦਾ ਹੈ। ਕਦੀ ਕਿਸੇ ਦੇ ਵੀ ਇਹ ਦਿੱਕਤ ਆਵੇ ਤਾਂ ਮੇਰੀ ਇਹੀ ਐਡਵਾਈਸ ਹੈ ਕਿ ਉਹਨਾਂ ਨੂੰ ਆਪ ਨਹੀਂ ਲੈਣੀ ਚਾਹੀਦੀ, ਠੀਕ ਹੈ। ਨੀਅਰੈਸਟ ਆਪਣੇ ਇੱਥੇ ਇਸ ਤਰ੍ਹਾਂ ਦਾ ਹੁਣ ਬਿਲਕੁਲ ਨਹੀਂ ਹੈ ਕਿ ਕਿਤੇ ਮੈਡੀਕਲ ਫੈਸਿਲਿਟੀ ਨਾ ਮਿਲੇ। 108 ਤੋਂ ਬਾਅਦ ਤਾਂ ਘਰੋਂ ਫ੍ਰੀ 'ਚ ਐਂਬੂਲੈਂਸ ਲੈ ਜਾਂਦੀ ਹੈ, ਕਿਉਂਕਿ ਕਿਤੇ ਨਾ ਕਿਤੇ ਉਹ ਲੈ ਕੇ ਧੋਖਾ ਵੀ ਹੋ ਜਾਂਦਾ ਹੈ। ਹਾਂ ਬਿਲਕੁਲ। ਮੰਨ ਲਓ ਹੁਣ ਅਟੈਕ ਕਿਸ ਦੇ ਸ਼ੁਰੂ ਹੋਇਆ, ਅਟੈਕ ਚੱਲ ਰਿਹਾ, ਨਾੜੀ ਤਾਂ ਨਹੀਂ ਖੁੱਲ ਗਈ ਨਾ ਜੀ, ਬਿਲਕੁਲ, ਨਾੜੀ ਤਾਂ ਬੰਦ ਪਈ ਹੈ ਕਿਉਂਕਿ ਫੀਮ ਨਾੜੀ ਨਹੀਂ ਖੋਲ ਸਕਦੀ, ਪਰ ਉਹਨੇ ਇੱਥੇ ਫੀਲ ਕਰਨਾ ਬੰਦ ਕਰਾਤਾ ਜੀ। ਜਿਹੜਾ ਸਿਗਨਲ ਜਾ ਰਿਹਾ ਸੀਗਾ ਕਿ ਹਾਂ ਵੀ ਬੰਦਿਆ ਤੇਰੀ ਨਾੜੀ ਬੰਦ ਪਈ ਹੈ, ਛਾਤੀ ਦੀ ਦਰਦ ਆ ਰਹੀ ਹੈ, ਉਹ ਦਰਦ ਮਹਿਸੂਸ ਹੋਣੀ ਘਟ ਗਈ। ਬਿਲਕੁਲ। ਉਸ ਵਹਿਮ 'ਚ ਜਿੱਥੇ ਉਹਨੇ ਕਿਤੇ ਘੰਟੇ 'ਚ ਪਹੁੰਚ ਜਾਣਾ ਸੀ ਹਸਪੀਟਲ, ਉਹ ਰਾਤੀ ਸੌਂ ਗਿਆ ਬੰਦਾ ਕਿ ਹਾਂ ਵੀ ਇਹ ਤਾਂ ਮਾੜੀ ਮੋਟੀ ਕੋਈ ਗੈਸ ਹੋਈ ਸੀ, ਅਸਰ ਹੋ ਗਿਆ, ਕੋਈ ਹਾਂ ਅਸਰ ਹੋ ਗਿਆ। ਅਗਲੇ ਦਿਨ ਸਵੇਰ ਤੱਕ ਹੱਥੋਂ ਕੇਸ ਨਿਕਲ ਜਾਂਦਾ। ਬਿਲਕੁਲ ਜੀ, ਕਿਉਂਕਿ ਜਿਹੜੀ ਮਾਸਪੇਸ਼ੀਆਂ ਨੂੰ ਨਾੜੀ ਸਪਲਾਈ ਦੇ ਰਹੀ ਹੈ, ਨਾੜੀ ਬੰਦ ਹੋਈ ਹੈ, ਉਹ ਜਿੰਨੀ ਜਲਦੀ ਖੁੱਲ ਜੇਗੀ ਹਾਰਟ ਵੱਜ ਜਾਏਗਾ। ਬਿਲਕੁਲ ਸਹੀ ਗੱਲ। ਤਾਂ ਇਹ ਬਿਲਕੁਲ ਨਹੀਂ ਲੋਕਾਂ ਨੂੰ ਕਰਨਾ ਚਾਹੀਦਾ, ਠੀਕ ਹੈ, ਕਿਉਂਕਿ ਡਾਇਗਨੋਸ ਤਾਂ ਨਹੀਂ ਬਣਿਆ ਨਾ, ਜੜ ਤਾਂ ਨਹੀਂ ਪਤਾ ਲੱਗੀ। ਆਹ ਸੁਣੀਆਂ ਸੁਣਾਈਆਂ ਗੱਲਾਂ ਦੇ ਸੁਣ ਕੇ ਪਿੰਡਾਂ 'ਚ ਜਿਵੇਂ ਕਹਿੰਦੇ ਆ ਅਫੀਮ ਲੈ ਲਓ। ਹਾਂਜੀ, ਇੱਦਾਂ ਹੀ ਹੁਣ ਕਈਆਂ ਨੂੰ ਬਹੁਤ ਜ਼ਿਆਦਾ ਪੇਨ ਤੇ ਜਲਨ ਹੁੰਦੀ ਹੈ, ਕਈ ਵਾਰੀ ਅਲਸਰ ਹੁੰਦਾ, ਅਲਸਰ ਬਲੀਡ ਕਰ ਗਿਆ ਹੁੰਦਾ ਅੰਦਰ। ਮੰਨ ਲਓ ਬੰਦੇ ਜਿਹੜੀ ਦਿੱਕਤ ਹੁੰਦੀ ਹੈ, ਜਿਵੇਂ ਕਹਿੰਦੇ ਮੰਨ ਲਓ ਪੇਟ 'ਚ ਅਲਸਰ ਹੈ ਜਿਹੜਾ, ਜਾਂ ਇੱਦਾਂ ਹਾਰਟ ਵਾਲਾ ਅਟੈਕ ਹੋ ਗਿਆ, ਇਹ ਹੋਣੀ ਤਾਂ ਚੈਸਟ 'ਚ ਹੀ ਪੇਨ ਹੈ ਜੀ। ਹੁਣ ਬੰਦੇ ਨੇ ਫੀਮ ਲੈ ਲਈ, ਫੀਮ ਨੇ ਉਹਦਾ ਪੇਨ ਵੀ ਘੱਟ ਕਰ ਦੇਣਾ, ਕਿਉਂ ਫੀਮ ਤਾਂ ਸਿਰਫ ਪੇਨ ਦੀ ਸੈਂਸੇਸ਼ਨ ਘਟਾ ਰਹੀ ਹੈ, ਆਪਾਂ ਆਪਣਾ ਮਹਿਸੂਸ ਜੋ ਕਰ ਪਾ ਰਹੇ ਹਾਂ ਬ੍ਰੇਨ ਤੇ ਐਕਟ ਕਰ ਰਹੀ ਹੈ ਜੀ। ਹੁਣ ਉਹ ਬੰਦਾ ਮੰਨ ਲਓ ਅੰਦਰ ਬਲੀਡ ਕਰ ਰਿਹਾ ਹੈ, ਅਲਸਰ ਬਲੀਡ ਕਰ ਰਿਹਾ ਹੈ, ਰਾਤ ਨੂੰ ਅਗਲਾ ਇਹ ਸੋਚ ਕੇ ਕਿ ਹਾਂ ਠੀਕ ਹੈ ਮੇਰੀ ਦਰਦ ਘਟ ਗਈ, ਸੋ ਗਿਆ, ਸਵੇਰ ਤੱਕ ਬਲੀਡਿੰਗ ਨਾਲ ਹੀ ਤੇ ਅੰਦਰ ਅਲਸਰ ਨਾਲ ਹੀ ਦਿੱਕਤ ਆ ਗਈ ਜੀ। ਤਾਂ ਉਹ ਆਪਾਂ ਨੂੰ ਗਲਤ ਰਾਏ ਵੀ ਪਾਉਂਦੀ ਹੈ, ਠੀਕ ਹੈ। ਤੇ
ਉਹ ਜੜ ਨੂੰ ਨਹੀਂ ਠੀਕ ਕਰ ਰਹੀ, ਨਾੜੀ ਨੂੰ ਨਹੀਂ ਖੋਲ ਰਹੀ। ਬ੍ਰੇਨ ਦਾ ਅਟੈਕ ਹੈ, ਬ੍ਰੇਨ ਦੀ ਨਾੜੀ ਨੂੰ ਨਹੀਂ ਖੋਲ ਰਹੀ, ਸਿਰਫ ਉਹਦੀ ਪਰਸੈਪਸ਼ਨ ਘਟਾ ਰਹੀ ਹੈ। ਡਾਕਟਰ ਦੇ ਕੰਸਲਟ ਤੋਂ ਬਿਨਾਂ ਤਾਂ ਇਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ। ਪਰ ਤੁਸੀਂ ਬਹੁਤ ਵਧੀਆ ਸਵਾਲ ਇਹ ਪੁੱਛਿਆ, ਕਿਉਂਕਿ ਇਹ ਡੇਲੀ ਫੇਸ ਕਰਦੇ ਹਾਂ ਅਸੀਂ। ਹਾਂ ਬਿਲਕੁਲ ਡਾਕਟਰ ਸਾਹਿਬ, ਬਹੁਤ ਧੰਨਵਾਦ। ਚੰਗੀਆਂ ਸੇਵਾਵਾਂ ਸਾਨੂੰ ਜਿਹੜੀਆਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ। ਸਾਡੇ ਸਟੂਡੀਓ 'ਚ ਆਉਣ ਲਈ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ, ਸ਼ੁਕਰੀਆ। ਧੰਨਵਾਦ, ਥੈਂਕ ਯੂ ਜੀ।